आप लिहो तुम कथा सुधारी। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਵਹਿਰ ਬਨਾਓ ਏਕ ਸਮ ਬਨਿਓ, ਅੰਤਰ ਬ੍ਰਹਮ ਏਕ ਹੀ ਭਨਿਓ। ਜੋ ਨਰ ਚਾਹੈ ਆਪਣੀ ਕਲਿਆਣ, ਤਜ ਦਾਵੇ ਕੋ ਭਜ ਭਗਵਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਜੋ ਗੁਰੂ ਕੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਸੰਧਿਆ ਦੇ ਦੀਵਾਨ ਸਜੇ ਹਨ। ਗੁਰੂ ਕੀ ਅੰਮ੍ਰਿਤਮਈ ਗੁਰਬਾਣੀ ਦੇ ਪਾਠ ਕੀਰਤਨ ਆਪ ਜੀ ਨੇ ਸਰਵਣ ਕੀਤੇ ਹਨ। ਜਿਵੇਂ ਕਿ ਦੱਸਿਆ ਜਾ ਚੁੱਕਾ ਹੈ, ਅੱਜ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਪਾਵਨ ਪ੍ਰਕਾਸ਼ ਦਿਹਾੜਾ ਹੈ। ਮਹਾਂਪੁਰਸ਼ ਜੰਮਦੇ ਮਰਦੇ ਨਹੀਂ, ਜਨਮ ਮਰਨ ਦੋਹ ਹੂੰ ਮੈਂ ਨਾਹੀ। ਜਨ ਪਰਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਨ ਮਿਲਾਏ। ਸੱਚਾ ਅਮਰ ਸੱਚੀ ਪਾਤਸ਼ਾਹੀ, ਸੱਚੇ ਸੇਤੀ ਰਾਤੇ। ਸੱਚਾ ਸੁਖ ਸੱਚੀ ਵਡਿਆਈ, ਜਿਸ ਕੇ ਸੇ ਤਿਨ ਜਾਤੇ। ਮਾਤਾ ਜਿਉਣੀ ਜੀ ਦੀ ਕੁੱਖ ਤੋਂ ਭਾਈ ਭਗਤਾ ਜੀ ਦੇ ਗ੍ਰਹਿ ਵਿਖੇ ਪਹੂ ਪਿੰਡ ਵਿੱਚ ਬਾਬਾ ਦੀਪ ਸਿੰਘ ਜੀ ਦਾ ਜਨਮ ਹੋਇਆ ਸੰਨ 1682 ਦੇ ਵਿੱਚ। 6 ਮਹੀਨਿਆਂ ਦੇ ਸਨ ਜਦੋਂ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਮਾਤਾ ਪਿਤਾ ਲੈ ਕੇ ਆਏ। ਬਾਲਕ ਦਾ ਨਾਮ ਦੀਪ ਚੰਦ ਰੱਖਿਆ। ਜਦੋਂ ਹੋਣਹਾਰ ਹੋ ਗਏ, ਵੱਡੇ ਹੋਏ, ਗੁਰੂ ਸਾਹਿਬ ਦੇ ਚਰਨਾਂ 'ਚ ਆ ਗਏ। ਆਉਂਦੇ ਜਾਂਦੇ ਵੀ ਦਰਸ਼ਨ ਕਰਦੇ ਰਹੇ। ਪਰ ਜਦੋਂ ਆਪ ਜੀ ਹੋਸ਼ ਸੰਭਾਲੀ, ਗੁਰੂ ਕੀ ਫੌਜ ਦੇ ਵਿੱਚ ਸ਼ਸਤਰ ਵਿੱਦਿਆ ਦਾ ਅਭਿਆਸ ਕਰਨ ਲਈ ਅਤੇ ਗੁਰਬਾਣੀ ਦਾ ਅਭਿਆਸ ਕਰਨ ਲਈ ਆ ਬੈਠੇ। ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਉਦੋਂ ਭਾਈ ਮਨੀ ਸਿੰਘ ਸਾਹਿਬ ਜੀ ਸਿੱਖਾਂ ਨੂੰ ਗੁਰਬਾਣੀ ਲਿਖਣ ਦਾ ਅਭਿਆਸ ਕਰਾਇਆ ਕਰਦੇ ਸਨ। ਬਾਬਾ ਦੀਪ ਸਿੰਘ ਜੀ ਵੀ ਗੁਰਬਾਣੀ ਲਿਖਣ ਦਾ ਅਭਿਆਸ ਅਨੰਦਪੁਰ ਸਾਹਿਬ ਵਿਖੇ ਰਹਿ ਕੇ ਸ਼ਹੀਦ ਭਾਈ ਮਨੀ ਸਿੰਘ ਜੀ ਪਾਸ ਕਰਨ ਲੱਗੇ। ਹੋਰ ਵੀ ਬਹੁਤ ਅਨੇਕਾਂ ਪ੍ਰਕਾਰ ਦੀ ਵਿੱਦਿਆ ਹੈ ਗੁਰਮਤ ਵਿੱਚ। ਸੇਵਾ, ਸਿਮਰਨ, ਜਪ, ਤਪ, ਅੰਮ੍ਰਿਤ ਵੇਲੇ ਦੀ ਸੰਭਾਲ, ਰਹਿਤ ਬਹਿਤ ਵਿੱਚ ਪਰਪੱਕ ਰਹਿਣਾ, ਕੁਰੈਤਾਂ ਤੋਂ ਬਚਣਾ, ਇਹ ਜਿਹੜੀਆਂ ਗੱਲਾਂ ਸਾਧ ਸੰਗਤ ਜੀ ਸੰਗਤ ਵਿੱਚ ਰਹਿ ਕੇ ਸਿੱਖੀਆਂ ਜਾਂਦੀਆਂ। ਜੋ ਜੈਸੀ ਸੰਗਤ ਮਿਲੈ ਸੋ ਤੈਸੋ ਫਲ ਖਾਏ। ਸਾਨੂੰ ਜਿਹੋ ਜਿਹੀ ਸੰਗਤ ਮਿਲੀ ਹੈ, ਅਸੀਂ ਉਹੋ ਜਿਹੇ ਬਣੇ ਹਾਂ। ਸੰਸਾਰ ਦੇ ਵਿੱਚ ਕੋਈ ਵੀ ਵਿਅਕਤੀ ਸੰਗਤ ਤੋਂ ਬਿਨਾਂ ਕੁਛ ਵੀ ਨਹੀਂ ਬਣ ਸਕਦਾ। ਜੋ ਕੁਝ ਬਣਿਆ, ਭਾਵੇਂ ਉਹ ਸਾਧੂ ਬਣਿਆ, ਭਾਵੇਂ ਚੋਰ ਬਣਿਆ। ਸਾਧੂ ਬਣਿਆ ਅਤੇ ਸਾਧੂਆਂ ਦੀ ਸੰਗਤ 'ਚ ਬਣਿਆ, ਚੋਰ ਬਣਿਆ ਅਤੇ ਚੋਰਾਂ ਦੀ ਸੰਗਤ 'ਚ ਬਣਿਆ। ਸੋ ਜੋ ਜੈਸੀ ਸੰਗਤ ਮਿਲੈ ਸੋ ਤੈਸੋ ਫਲ ਖਾਏ। ਗੁਰੂ ਕੀ ਸੰਗਤ 'ਚ ਰਹਿ ਕੇ ਜਪ ਤਪ, ਸੇਵਾ, ਸਿਮਰਨ ਇਹ ਹੋਇਆ ਕਰਦਾ ਹੈ। ਸ੍ਰੀ ਅਨੰਦਪੁਰ ਸਾਹਿਬ ਆਨੰਦ ਦਾ ਵਾਜਾ ਵੱਜਦਾ ਸੀ। ਧੰਨ ਸਨ ਉਹ ਮਹਾਂਪੁਰਸ਼, ਗੁਰੂ ਕੇ ਲਾਲ, ਗੁਰੂ ਕੇ ਪਿਆਰੇ, ਜਿਨ੍ਹਾਂ ਨੇ ਉਹ ਸਮਾਂ ਤੱਕਿਆ ਹੈ। ਆਨੰਦ ਦਾ ਵਾਜਾ ਨਿਤ ਵੱਜਦਾ ਅਨੰਦਪੁਰ, ਸੁਣ ਸੁਣ ਸੁਧ ਭੁੱਲਦੀ ਏ ਨਰ ਨਾਹ ਦੀ। ਭਉ ਪਿਆ ਭਵੀਖਣੇ ਨੂੰ ਲੰਕਾਗੜ੍ਹ ਵਸਣੇ ਦਾ, ਫੇਰ ਅਸਵਾਰੀ ਆਉਂਦੀ ਏ ਮਾਂ ਬਾਉ ਦੀ। ਇਹੋ ਜਿਹੇ ਮਹਾਂਬਲੀ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰਤਾਪ ਸੀ। ਚੜ੍ਹਦੇ ਤੋਂ ਛਿਪਦੇ ਤੱਕ ਉੱਤਰ ਦੱਖਣ ਪੂਰਬ ਪੱਛਮ ਸਾਰੇ ਪਾਸੇ ਜਸ ਫੈਲਿਆ ਹੋਇਆ ਸੀ। ਹਜ਼ਾਰਾਂ ਸੰਗਤਾਂ, ਲੱਖਾਂ ਸੰਗਤਾਂ ਆਉਂਦੀਆਂ ਸਨ। ਚੰਗੇ ਚੰਗੇ ਘੋੜੇ, ਚੰਗੇ ਸ਼ਸਤਰ, ਚੰਗੇ ਨੌਜਵਾਨ ਗੁਰੂ ਦੀ ਫੌਜ 'ਚ ਭਰਤੀ ਹੋ ਰਹੇ ਸਨ। ਜਦੋਂ ਸਤਿਗੁਰੂ ਜੀ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ, ਭਾਈ ਦੀਪ ਚੰਦ ਜੀ ਅੰਮ੍ਰਿਤ ਛਕ ਕੇ ਬਾਬਾ ਦੀਪ ਸਿੰਘ ਜੀ ਬਣ ਗਏ ਅਤੇ ਸਾਹਿਬ ਕਲਗੀਧਰ ਪਾਤਸ਼ਾਹ ਦੀਆਂ ਫੌਜਾਂ ਦੇ ਮੋਹਰੀ ਜਰਨੈਲ ਉਹ ਨਿਬੜੇ। ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ। ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਦੇਵੀ ਜੀ ਦੇ ਨਾਲ ਭਾਈ ਮਨੀ ਸਿੰਘ ਸਾਹਿਬ, ਬਾਬਾ ਦੀਪ ਸਿੰਘ ਜੀ ਦਿੱਲੀ ਦੇ ਸਿੱਖਾਂ ਨਾਲ ਦਿੱਲੀ ਜਾ ਰਹੇ।
ਜਦੋਂ ਦਮਦਮੇ ਸਾਹਿਬ ਸਤਿਗੁਰੂ ਦਸਵੇਂ ਪਾਤਸ਼ਾਹ ਡੱਲੇ ਕੋਲ ਆ ਨਿਵਾਸ ਕੀਤਾ, ਸਾਰਾ ਪਰਿਵਾਰ ਵਾਰ ਕੇ ਮਾਲਵੇ ਦੀ ਧਰਤੀ ਨੂੰ ਭਾਗ ਲਾਇਆ, ਉਦੋਂ ਬਾਬਾ ਦੀਪ ਸਿੰਘ ਜੀ ਫਿਰ ਸਤਿਗੁਰਾਂ ਦੇ ਕੋਲ ਸ੍ਰੀ ਦਮਦਮਾ ਸਾਹਿਬ ਆ ਹਾਜ਼ਰ ਹੋਏ, ਜਿੱਥੇ ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਦੇਵਾਂ ਜੀ ਬੇਨਤੀ ਕੀਤੀ, ਸੱਚੇ ਪਾਤਸ਼ਾਹ ਪੁੱਛਣ ਹੱਥ ਜੋੜ ਕੇ, ਹੱਥ ਹੈ ਸਾਹਿਬ ਸੱਚੇ ਜਿੰਦਾਂ ਪਿਆਰੀਆਂ ਨਜ਼ਰ ਨਹੀਂ ਆ ਰਹੀਆਂ। ਮਾਤਾ ਸਾਹਿਬ ਦੇਵੀ, ਮਾਤਾ ਸੁੰਦਰੀ ਜੀ ਖੜੀਆਂ ਪਤੀ ਨੂੰ ਸੀਸ ਨਿਭਾ ਰਹੀਆਂ, ਪੁੱਛਣ ਜੋੜ ਕੇ ਹੱਥ ਹੈ ਸਾਹਿਬ ਸੱਚੇ ਜਿੰਦਾਂ ਪਿਆਰੀਆਂ ਨਜ਼ਰ ਨਹੀਂ ਆ ਰਹੀਆਂ। ਸਿੰਘਾਂ ਵੱਲ ਕਰ ਹੱਥ ਦਸ਼ਮੇਸ਼ ਬੋਲੇ, ਤਰੋ ਧੀਰ ਕਿਉਂ ਹੌਸਲੇ ਢਾ ਲਏ ਨੇ, ਉਹਨਾਂ ਚਵਾਂ ਦੇ ਬਦਲੇ ਅੱਜ ਵੇਖੋ ਇਹ ਮੈਂ ਲੱਖਾਂ ਹੀ ਪੁੱਤਰ ਬਣਾ ਲਏ ਨੇ। ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਬਾਜਾਂ ਵਾਲੇ ਪਾਤਸ਼ਾਹ ਨੇ ਆਪਣੇ ਖਾਲਸੇ ਨੂੰ ਆਪਣਾ ਪੁੱਤਰ ਕਹਿ ਕੇ ਸਨਮਾਨਿਆ। ਸਿੰਘਾਂ ਨੇ ਬੇਨਤੀ ਕੀਤੀ, ਗਰੀਬ ਨਵਾਜ਼ ਜੀਓ, ਜਦੋਂ ਆਪ ਜੀ ਨੂੰ ਸ੍ਰੀ ਅਨੰਦਪੁਰ ਸਾਹਿਬ ਬੇਨਤੀ ਕੀਤੀ ਸੀ ਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦੇ ਪਾਠ ਬੋਧ, ਅਰਥ ਬੋਧ ਅਤੇ ਆਤਮ ਬੋਧ ਕਰਾਓ। ਸਾਧ ਸੰਗਤ ਜੀ, 3 ਪ੍ਰਕਾਰ ਦਾ ਬੋਧ ਹੈ ਗੁਰਬਾਣੀ ਦਾ। ਪਾਠ ਬੋਧ, ਪਾਠ ਕਿਵੇਂ ਉਚਾਰਨ ਕਰਨਾ ਹੈ, ਸ਼ਬਦਾਂ ਦਾ ਜੋੜ ਕਿਵੇਂ ਜੋੜਨਾ ਹੈ, ਅੱਖਰਾਂ ਦਾ ਉਚਾਰਨ ਕੀ ਹੈ, ਸ਼ਬਦਾਂ ਦਾ ਉਚਾਰਨ ਕੀ ਹੈ, ਪੰਕਤੀ ਦਾ ਉਚਾਰਨ ਕੀ ਹੈ, ਵਿਸਰਾਮ ਕਿੱਥੇ ਹੈ, ਯਮਕ ਕਿੱਥੇ ਹੈ, ਇਹ ਜਿਹੜਾ ਦੱਸਿਆ ਜਾਂਦਾ ਹੁੰਦਾ ਪਾਠ ਬੋਧ ਦੇ ਅੰਤਰਗਤ। ਅਤੇ ਦੂਸਰਾ ਹੁੰਦਾ ਅਰਥ ਬੋਧ। ਜਦੋਂ ਪਾਠ ਸ਼ੁੱਧ ਉਚਾਰਨ ਆ ਜਾਵੇ, ਪਾਠੀ ਬਣ ਜਾਵੇ, ਫਿਰ ਉਸ ਵਿਦਿਆਰਥੀ ਨੂੰ ਸੰਪਰਦਾਇ ਵਿੱਚ ਅਰਥ ਪੜ੍ਹਾਏ ਜਾਂਦੇ ਹੈ। ਅਰਥਾਂ ਨੂੰ ਕਿਸ ਤਰ੍ਹਾਂ ਲਾਉਣਾ ਹੈ, ਅਨਵਯ ਕਿਵੇਂ ਕਰਨਾ ਹੈ, ਪਰਿਆਇਵਾਚੀ ਸ਼ਬਦਾਂ ਦੇ ਅਰਥ ਕਿਸ ਤਰ੍ਹਾਂ ਬਣਾਉਣੇ ਨੇ, ਔਰ ਭਾਵ ਅਰਥ ਕਿਵੇਂ ਕੱਢਣੇ ਨੇ, ਇਹ ਸਾਰੀਆਂ ਗੱਲਾਂ ਫਿਰ ਪੜ੍ਹਾਈਆਂ ਜਾਂਦੀਆਂ ਨੇ। ਉਸ ਤੋਂ ਅੱਗੇ ਹੁੰਦਾ ਆਤਮ ਬੋਧ। ਜਿਹੜਾ ਗੁਰਬਾਣੀ ਦਾ ਪਾਠ ਬੋਧ ਕਰ ਗਿਆ, ਅਰਥ ਬੋਧ ਆ ਗਿਆ, ਹੁਣ ਸਾਧਨਾ ਕਰਕੇ, ਜਪ ਤਪ ਕਰਕੇ ਆਤਮ ਗਿਆਨ ਨੂੰ ਪਹੁੰਚਣਾ ਹੈ। ਆਤਮਾ ਦਾ ਅਤੇ ਪਰਮਾਤਮਾ ਦਾ ਇੱਕ ਰੂਪ ਕਰਕੇ ਦੇਖਣਾ ਹੈ। ਇਹ 3 ਪ੍ਰਕਾਰ ਦਾ ਬੋਧ ਗੁਰਬਾਣੀ ਦਾ ਸਤਿਗੁਰੂ ਕਲਗੀਧਰ ਜੀ ਨੂੰ ਦੇਣ ਵਾਸਤੇ ਸਿੰਘਾਂ ਨੇ ਬੇਨਤੀ ਕੀਤੀ। ਜਿੱਥੇ ਅੱਜ ਕੱਲ੍ਹ ਦਮਦਮਾ ਸਾਹਿਬ ਦੇ ਲਾਗੇ ਲਿਖਣਸਰ ਸਰੋਵਰ ਹੈ, ਗੁਰਦੁਆਰਾ ਸ੍ਰੀ ਲਿਖਣਸਰ ਸਾਹਿਬ ਹੈ, ਇੱਥੇ ਮਹਾਰਾਜ ਨੇ 2 ਤੰਬੂ ਲਵਾਏ। ਇੱਕ ਵਿੱਚ ਆਪਣੀ ਰਿਹਾਇਸ਼ ਰੱਖੀ ਅਤੇ ਇੱਕ ਵਿੱਚ ਲਿਖਣ ਦਾ ਬੰਦੋਬਸਤ ਸਾਰਾ। ਕਾਗਜ਼, ਕਲਮਾਂ, ਦਵਾਤ, ਸਿਆਹੀ ਭਾਈ ਮਨੀ ਸਿੰਘ ਜੀ ਨੂੰ ਬਾਬਾ ਦੀਪ ਸਿੰਘ ਜੀ ਬਣਾ ਕੇ ਦਿੰਦੇ ਸਨ ਅਤੇ ਭਾਈ ਮਨੀ ਸਿੰਘ ਲਿਖਦੇ ਸਨ। ਦਸ਼ਮੇਸ਼ ਪਿਤਾ ਬਾਣੀ ਉਚਾਰਨ ਕਰਦੇ ਸਨ, ਅਗੰਮ ਤੋਂ, ਕੰਠ ਤੋਂ ਸਾਰੀ ਬਾਣੀ ਮਹਾਰਾਜ ਬੋਲੀ ਗਏ, ਮਨੀ ਸਿੰਘ ਜੀ ਲਿਖੇ ਗਏ, ਬਾਬਾ ਦੀਪ ਸਿੰਘ ਜੀ ਸੁਣੀ ਗਏ। ਅਤੇ ਜਦੋਂ ਜਿੰਨੀ ਬਾਣੀ ਰੋਜ਼ ਲਿਖੀ ਜਾਂਦੀ ਸੀ, ਉਹਦੀ ਮਹਾਰਾਜ ਰੋਜ਼ ਸਿੰਘਾਂ ਨੂੰ ਕਥਾ ਵੀ, ਅਰਥ ਵੀ ਸੁਣਾਉਂਦੇ ਸੀ। ਨਾਲ ਨਾਲ ਆਤਮ ਬੋਧ ਵੀ ਕਰਾਈ ਜਾਂਦੇ ਸੀ। ਪਾਠ ਬੋਧ ਵੀ ਹੋ ਰਿਹਾ ਸੀ, ਅਰਥ ਬੋਧ ਵੀ ਹੋ ਰਿਹਾ ਸੀ, ਆਤਮ ਬੋਧ ਵੀ ਹੋ ਰਿਹਾ ਸੀ। ਭਾਈ ਮਨੀ ਸਿੰਘ ਸਾਹਿਬ ਪਾਠ ਲਿਖਦੇ ਨੇ, ਬਾਬਾ ਦੀਪ ਸਿੰਘ ਜੀ ਸੁਣਦੇ ਨੇ, 10ਵੇਂ ਪਾਤਸ਼ਾਹ ਉਚਾਰਦੇ ਨੇ। ਭਾਈ ਮਨੀ ਸਿੰਘ ਸਾਹਿਬ ਬਾਬਾ ਦੀਪ ਸਿੰਘ ਕੋਲ ਸੇਵਾ ਕਰਦੇ ਨੇ। ਇਹ ਪੰਕਤੀ ਆਈ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਇਹ ਪੰਕਤੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਹੈ। ਕਈ ਸੱਜਣ ਸਮਝਦੇ ਆ ਵੀ ਸ਼ਾਇਦ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਾਣੀ ਹੈ। ਨਹੀਂ ਸਾਧ ਸੰਗਤ ਜੀ, ਇਹ ਬਾਣੀ ਪਹਿਲੇ ਪਾਤਸ਼ਾਹ ਮਹਾਰਾਜ ਦੀ ਹੈ। 10ਵੇਂ ਪਾਤਸ਼ਾਹ ਲਿਖਾ ਰਹੇ, ਮਨੀ ਸਿੰਘ ਜੀ ਲਿਖ ਰਹੇ। ਭਾਈ ਦੀਪ ਸਿੰਘ ਜੀ ਬੇਨਤੀ ਕਰਦੇ, ਸੱਚੇ ਪਾਤਸ਼ਾਹ ਪਿਤਾ ਗੁਰਦੇਵ ਜੀ, ਇਹ ਪੰਕਤੀ ਜੋ ਆਪ ਜੀ ਉਚਾਰਨ ਕਰ ਰਹੇ ਹੋ,
ਗੁਰੂ ਨਾਨਕ ਸਾਹਿਬ ਮਹਾਰਾਜ ਦੀ ਬਾਣੀ ਦੀ, ਕਿਆ ਇੱਦਾਂ ਹੋ ਸਕਦਾ ਵੀ ਕੋਈ ਬੰਦਾ ਸਿਰ ਤਲੀ ਤੇ ਧਰ ਕੇ ਤੁਹਾਡੀ ਗਲੀ 'ਚ ਤੁਰੇ? ਕਿਉਂਕਿ ਮਹਾਰਾਜ ਨੇ ਸ਼ਰਤ ਲਾਈ ਹੈ, ਜੋ ਤੋ ਪ੍ਰੇਮ ਖੇਲਣ ਕਾ ਚਾਓ। ਜੇ ਤੈਨੂੰ ਪ੍ਰੇਮ ਖੇਡਣ ਦਾ ਸ਼ੌਂਕ ਹੈ, ਸਿਰ ਧਰ ਤਲੀ ਗਲੀ ਮੇਰੀ ਆਓ, ਫਿਰ ਮੇਰੀ ਗਲੀ 'ਚ ਤਲੀ ਤੇ ਸਿਰ ਧਰ ਕੇ ਆਵੀਂ। ਭਾਵ ਮਰਨ ਦੀ ਸ਼ੰਕਾ, ਜੀਣ ਦਾ ਇੱਛਾ ਤਿਆਗ ਦੇਈ। ਮਰਨ ਜੀਵਨ ਕੀ ਸ਼ੰਕਾ ਨਾਸੀ। जी कबीर जीवन की आशा नहीं, मरने की चिंता नहीं, जीवन की नहीं आस। मरण की चिंता ना होवे, जीवन की आस ना होवे। ये खेड सौखी नहीं है। तो जदों ये गल भाई बाबा दीप सिंह पुछदे, महाराज इदां किवें हो सकदा भी गुरु नानक की गली ते कोई सीस तली ते धर के आ सकदा? महाराज कहते, हाँ बाबा दीप सिंह जी, ये बचन तुहाडे तो पूरे करावांगे। ये बचन तुसीं साकार ही कर दिओगे। बाबा दीप सिंह जी नूं ये बचन 10वें पातशाह महाराज की बख्शिश नाल मिलिया। जदों समा आया, श्री हरमंदर साहब की आज़ादी लई जूझदे होए सीस उतर गया। तली ते धर के सीस बाबा जी 4 को लड़दे श्री हरमंदर साहब पहुँचे। दुनिया दे विच इहो जिहा कोई करिश्मा नहीं होया, गुरु महाराज दे खालसे ने कर विखाया। ऐसे महान महापुरुष दा प्रकाश दिहाड़ा कल नूं आपां सारिਆਂ ने बड़ी श्रद्धा नाल मनाना है। विस्तार सहित कथा विचार करांगे। गुरु साहब ने किरपा कीती है। गुरु घर दे रागी ਸਿੰਘਾਂ ने, ਗਿਆਨੀ ਸਿੰਘਾਂ ने विचार कीती भी बाबा जी दा जन्म दिहाड़ा श्रद्धा भावना नाल मनाया जावे। भाई वरियाम ਸਿੰਘ जी दे जथे ਵੱਲੋਂ ਇਹ ਫੁਰਨਾ ਉਹਨਾਂ ਦਾ ਉੱਠਿਆ। ਸਾਰੇ ਹੀ ਸਿੰਘਾਂ ਨੇ, ਭਾਈ ਜਰਨੈਲ ਸਿੰਘ ਜੀ ਨੇ, ਗੁਰਦੁਆਰਾ ਸਾਹਿਬ ਦੇ ਸਾਰੇ ਸਿੰਘਾਂ ਨੇ ਵਿਚਾਰ ਕੀਤੀ। ਸੋ ਕੱਲ੍ਹ ਨੂੰ ਵੀ ਹਾਜ਼ਰੀਆਂ ਭਰੋ। ਸੰਗਤਾਂ ਨੂੰ ਬੇਨਤੀ ਹੈ, ਆਓ ਹੁਣ ਜੋ ਲੜੀਵਾਰ ਕਥਾ ਚੱਲ ਰਹੀ ਗੁਰ ਇਤਿਹਾਸ ਦੀ। ਮਹਾਰਾਜ 6ਵੇਂ ਪਾਤਸ਼ਾਹ ਦਿੱਲੀ ਜਾ ਪਹੁੰਚੇ। ਬਾਦਸ਼ਾਹ ਜਹਾਂਗੀਰ ਨੇ ਬੜੇ ਸਤਿਕਾਰ ਨਾਲ ਆਪਣੇ ਦਰਬਾਰ ਵਿੱਚ ਸੱਦਿਆ। ਬਾਦਸ਼ਾਹ ਨੇ ਆਪਣੇ ਤਖਤ ਦੇ ਬਰਾਬਰ ਚੌਂਕੀ ਡਾਈ ਹੈ, ਉਹਦੇ 'ਤੇ 6ਵੇਂ ਪਾਤਸ਼ਾਹ ਨੂੰ ਬਿਠਾਇਆ। ਬੜੇ ਅਦਬ ਨਾਲ ਸਿਰ ਝੁਕਾ ਕੇ ਸਜਦਾ ਕਰਕੇ ਕਿਹਾ, ਪੀਰ ਜੀ ਆਪ ਜੀ ਦੀ ਬੜੀ ਤਾਰੀਫ ਸੁਣੀ ਸੀ। ਆਪ ਜੀ ਬੜੇ ਸਾਧੂ ਮਹਾਂਪੁਰਸ਼ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਹੋ। ਬੜੀ ਕਿਰਪਾ ਕੀਤੀ, ਮੈਨੂੰ ਆ ਕੇ ਦਰਸ਼ਨ ਦਿੱਤੇ। ਸਤਿਗੁਰੂ ਜੀ, ਮੇਰਾ ਇੱਕ ਸਵਾਲ ਤੁਹਾਡੇ ਅੱਗੇ, ਕਿਰਪਾ ਕਰਕੇ ਇਹ ਦੱਸੋ, 2 ਮਜ਼ਹਬ ਹਨ, 2 ਧਰਮ ਹਨ, ਇੱਕ ਹਿੰਦੂ ਇੱਕ ਮੁਸਲਮਾਨ, ਦੋਵਾਂ ਵਿੱਚੋਂ ਵੱਡਾ ਕਿਹੜਾ ਹੈ? ਤੁਹਾਨੂੰ ਕਿਹੜਾ ਪਸੰਦ ਹੈ? ਇਹ ਦੱਸੋ, ਕਿਹੜਾ ਜੰਨਤ ਜਾਏਗਾ, ਕਿਹੜਾ ਦੋਜ਼ਖ ਜਾਏਗਾ? ਕਿਉਂਕਿ ਹਿੰਦੂ ਸਮਝਦੇ ਨੇ ਭਗਵਾਨ ਕੋਲ ਅਸੀਂ ਜਾਣਾ, ਬਾਕੀ ਮੁਸਲਮਾਨ ਉਹ ਸਾਰੇ ਨਰਕਾਂ ਨੂੰ ਜਾਣਗੇ। ਮੁਸਲਮਾਨ ਸਮਝਦੇ ਨੇ ਅਸੀਂ ਜੰਨਤ ਜਾਣਾ, ਜਿਹੜੇ ਹਿੰਦੂ ਦੂਜੇ ਧਰਮ ਨੇ ਬਾਕੀ ਸਾਰੇ ਕਾਫਰ ਨੇ, ਉਹ ਦੋਜ਼ਖ ਨੂੰ ਨਰਕਾਂ ਨੂੰ ਜਾਣਗੇ। ਤੁਹਾਡੀ ਨਿਗਾਹ ਵਿੱਚ ਕੌਣ ਜੰਨਤ ਜਾਏਗਾ? ਸਤਿਗੁਰੂ ਸਾਹਿਬ ਜੀ ਮਹਾਰਾਜ ਇਹ ਸੁਣ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਇੱਕ ਸ਼ਬਦ ਪੜ੍ਹਿਆ। ਪ੍ਰਭਾਤੀ ਰਾਗ ਵਿੱਚ ਇਹ ਸ਼ਬਦ ਪ੍ਰਸਿੱਧ ਹੈ, ਆਪਾਂ ਸਾਰੇ ਸੁਣਦੇ ਹਾਂ। ਅਵਲ ਅੱਲ੍ਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ, ਲੋਗਾ ਭਰਮ ਨਾ ਭੂਲੋ ਭਾਈ, ਖਾਲਕ ਖਲਕ ਖਲਕ ਮੈਂ ਖਾਲਕ, ਪੂਰੇ ਉਸਰ ਬਿਠਾਈ। ਮਾਟੀ ਏਕ ਅਨੇਕ ਭਾਂਤ ਕਰ, ਸਾਜੀ ਸਾਜਣ ਹਾਰੇ, ਨਾ ਕਛ ਪੋਚ ਮਾਟੀ ਕੇ ਭਾਂਡੇ, ਨਾ ਕਛ ਪੋਚ ਕੁੰਭਾਰੇ। ਮਹਾਰਾਜ ਕਹਿੰਦੇ ਸਿਰਜਣਹਾਰ ਨੇ, ਵਾਹਿਗੁਰੂ ਨੇ ਸਭ ਬਣਾਏ ਨੇ, ਹਿੰਦੂ ਕੀ ਤੇ ਮੁਸਲਮਾਨ ਕੀ। ਬਸ ਉੱਥੇ ਜਾਤ ਨਹੀਂ ਪੁੱਛੀ ਜਾਣੀ, ਉੱਥੇ ਕਿਸੇ ਦਾ ਮਜ਼ਹਬ, ਕਿਸੇ ਦੀ ਨਸਲ ਨਹੀਂ ਦੇਖੀ ਜਾਣੀ। ਉੱਥੇ ਅਮਲਾਂ ਦੇ ਨਿਬੇੜੇ ਹੋਣੇ ਨੇ। ਉੱਥੇ ਤਾਂ ਅੱਗੇ ਜਾਤ ਨਾ ਜ਼ੋਰ ਹੈ, ਅੱਗੇ ਜੀਓ ਨਵੇਂ। 6ਵੇਂ ਪਾਤਸ਼ਾਹ ਹਿੰਦੁਸਤਾਨ ਦੇ ਬਾਦਸ਼ਾਹ ਜਹਾਂਗੀਰ ਨੂੰ ਉਪਦੇਸ਼ ਦੇ ਰਹੇ ਨੇ। ਸਰਵਣ ਕਰੀਏ ਪਿਆਰ ਨਾਲ ਸਾਰੀ ਸੰਗਤ, ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਹਾਰਾਜ ਕਹਿੰਦੇ ਦੇਖੋ ਬਾਦਸ਼ਾਹ,
ਬਾਹਰਲਾ ਸਰੂਪ ਹਰ ਇੱਕ ਇਨਸਾਨ ਦਾ ਇੱਕੋ ਜਿਹਾ ਹੀ ਹੈ। ਹਿੰਦੂ ਹੋਵੇ, ਮੁਸਲਮਾਨ ਹੋਵੇ, ਦੋ ਅੱਖਾਂ ਨੇ, ਦੋ ਕੰਨ ਨੇ, ਦੋ ਹੱਥ ਨੇ, ਦੋ ਪੈਰ ਨੇ, ਦੋ ਨਾਸਕਾਂ ਨੇ, ਇੱਕ ਜੀਭ ਹੈ। ਬੰਦੇ ਦਾ ਸਰੀਰ ਇੱਕੋ ਜਿਹਾ ਹੀ ਹੈ। ਇੱਕ ਹੈ ਨੈਣ, ਇੱਕ ਹੈ ਬਾਣ, ਇੱਕ ਹੈ ਦੇਹ, ਇੱਕ ਹੈ ਕਾਨ। ਮਹਾਰਾਜ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਬਚਨ ਲਿਖਿਆ ਆਪਣੀ ਬਾਣੀ ਵੀ ਬੋਲ ਬਾਣੀ ਦਾ ਤਰੀਕਾ ਸੁਣਨ ਦਾ, ਦੇਖਣ ਦਾ, ਸਾਰਿਆਂ ਨੂੰ ਇੱਕੋ ਜਿਹੇ ਹੱਥ ਪੈਰ ਵੀ ਇੱਕੋ ਜਿਹੇ ਲਾਏ ਨੇ ਪਰਮੇਸ਼ਰ ਨੇ। ਅੰਤਰ ਬ੍ਰਹਮ ਏਕ ਹੀ ਭਨਿਓ। ਤੇ ਅੰਦਰ ਆਤਮਾ ਵੀ ਇੱਕੋ ਹੀ ਹੈ। ਇੱਕੋ ਹੀ ਬ੍ਰਹਮ ਸਾਰਿਆਂ ਦੇ ਵਿੱਚ ਵਿਆਪਕ ਹੈ। ਸਭੈ ਘਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾ ਕੋ ਬੋਲੈ ਰੇ। ਏਕਲ ਮਾਟੀ ਕੂੰਜਰ ਚੀਂਟੀ, ਭਾਂਜਨ ਹੈ ਬਹੁ ਨਾਨਾ ਰੇ। ਇੱਕੋ ਹੀ ਸਾਰਾ ਕੁਝ ਪਸਾਰਾ ਪਰਮੇਸ਼ਰ ਦਾ ਪਸਰਿਆ ਹੋਇਆ ਹੈ। ਜੋ ਨਰ ਚਾਹੈ ਆਪਣੀ ਕਲਿਆਣ। ਜਿਹੜਾ ਬੰਦਾ ਆਪਣੀ ਕਲਿਆਣ ਚਾਹੁੰਦਾ, ਆਪਣਾ ਭਲਾ ਚਾਹੁੰਦਾ ਹੈ, ਤਜ ਦਾਵੇ ਕੋ ਭਜ ਭਗਵਾਨ। ਉਹ ਦਾਅਵੇ ਛੱਡ ਦਿੰਦਾ। ਉਹ ਨਹੀਂ ਕਹਿੰਦਾ, ਦਾਅਵਾ ਕਰਦਾ ਮੈਂ ਜੰਨਤ ਜਾਵਾਂਗਾ, ਮੈਂ ਖੁਦਾ ਦਾ ਖਾਸ ਬੰਦਾ ਹਾਂ, ਮੈਂ ਸਵਰਗਾਂ ਨੂੰ ਜਾਵਾਂਗਾ। ਉਹ ਨਹੀਂ ਦਾਅਵਾ ਕਰਦਾ। ਉਹ ਦਾਅਵੇ ਛੱਡ ਕੇ ਭਜਨ ਕਰਦਾ। ਉਹ ਕਹਿੰਦਾ ਕਬੀਰ ਸਭ ਤੇ ਹਮ ਬੁਰੇ। ਉਹਦੇ ਵਿੱਚ ਹਿੰਦੂ, ਮੁਸਲਮਾਨ, ਸਿੱਖ, ਈਸਾਈ ਦਾ ਸਵਾਲ ਨਹੀਂ ਰਹਿ ਜਾਂਦਾ। ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ। ਮੈਨੂੰ ਛੱਡ ਕੇ ਸਾਰੇ ਹੀ ਚੰਗੇ ਆ। ਜਿਨ ਐਸਾ ਕਰ ਬੂਝਿਆ, ਮੀਤ ਹਮਾਰਾ ਸੋਏ। ਜਿਹਨੇ ਇਹ ਗੱਲ ਸਮਝ ਲਈ, ਉਹ ਇਸ ਕਲਾਸ ਵਿੱਚ ਬਹਿ ਸਕਦਾ, ਇਸ ਗੁਰੂ ਦੇ ਸਕੂਲ ਵਿੱਚ ਬਹਿ ਸਕਦਾ, ਉਹ ਰੱਬ ਦੇ ਰਾਹ 'ਤੇ ਤੁਰ ਸਕਦਾ। ਉਹ ਭਗਤਾਂ ਦਾ ਮਿੱਤਰ ਹੈ, ਉਹ ਸੰਤਾਂ ਦਾ ਮਿੱਤਰ ਹੈ। ਜਿਹਨੇ ਆਪਣੇ ਆਪ ਨੂੰ ਨੀਵਾਂ ਸਮਝ ਲਿਆ, ਹਮ ਨਹੀਂ ਚੰਗੇ, ਬੁਰਾ ਨਹੀਂ ਕੋਏ, ਪਰਣਵਤ ਨਾਨਕ ਤਾਰੇ ਸੋਏ। ਪਹਿਲੇ ਪਾਤਸ਼ਾਹ ਵੀ ਉਹੀ ਬਚਨ ਕਹਿ ਰਹੇ ਨੇ, ਹਮ ਨਹੀਂ ਚੰਗੇ, ਅਸੀਂ ਨਹੀਂ ਚੰਗੇ, ਮਾੜਾ ਕੋਈ ਵੀ ਨਹੀਂ। ਇਹੋ ਜਿਹੀ ਦ੍ਰਿਸ਼ਟੀ ਜਿਹੜਾ ਦੀ ਹੁੰਦੀ ਹੈ, ਉਹ ਕਦੀ ਕਹਿ ਸਕਦੇ ਆ ਵੀ ਅਸੀਂ ਜੰਨਤ ਨੂੰ ਜਾਣਾ, ਬਾਕੀ ਸਾਰਿਆਂ ਨੇ ਦੋਜ਼ਖ ਜਾਣਾ। ਉਹ ਨਹੀਂ ਕਹਿੰਦੇ। ਅਸੀਂ ਸਿਰਫ ਰੱਬ ਦੇ ਪਿਆਰੇ ਹਾਂ, ਬਾਕੀ ਰੱਬ ਦੇ ਵੈਰੀ ਨੇ। ਇਹ ਗੱਲ ਉਹ ਨਹੀਂ ਕਹਿ ਸਕਦੇ। ਉਹਨਾਂ ਦੀ ਦ੍ਰਿਸ਼ਟੀ ਬੜੀ ਉੱਚੀ ਹੋ ਜਾਂਦੀ ਹੈ। ਹਾਂਜੀ, ਮਾਨਖ ਜਨਮ ਅਮੋਲਕ ਰਤਨ। ਮਹਾਰਾਜ ਕਹਿਣ ਲੱਗੇ ਮਾਨਸ ਜਨਮ ਜਿਹੜਾ ਇਹ ਬਹੁਤ ਹੀ ਅਮੋਲਕ ਰਤਨ ਹੈ, ਕੀਮਤੀ ਹੈ। ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ। ਇਹ ਨਹੀਂ ਮਿਲਦਾ। ਮਨੁੱਖਾ ਜਨਮ ਵਰਗੀ ਦੁਨੀਆ ਤੇ ਦੁਰਲਭ ਚੀਜ਼ ਹੀ ਕੋਈ ਨਹੀਂ। ਹਾਂਜੀ, ਦੁਰਲਭ ਪ੍ਰਾਪਤ ਹੋਏ ਬੜ ਜਤਨ। ਬੜੇ ਯਤਨਾਂ ਨਾਲ, ਬੜੇ ਹੀਲਿਆਂ ਨਾਲ, ਬੜੇ ਜਪ ਤਪ ਕੀਤੇ ਹੋਣ, ਦਾਨ ਪੁੰਨ ਕੀਤੇ ਹੋਣ, ਤਾਂ ਇਹ ਸਾਧੂਆਂ ਦੀ ਸੰਗਤ ਹੋਵੇ, ਕੋਈ ਪੂਰਬਲੇ ਜਨਮ ਦਾ ਚੰਗਾ ਸੰਸਕਾਰ ਬਚਿਆ ਹੋਵੇ ਤੇ ਮਨੁੱਖਾ ਜਨਮ ਮਿਲਦਾ ਹੈ। ਹਾਂਜੀ, ਬੇਸ਼ੀਅਨ ਬਿਲਸਨ ਬੰਧਨ ਦਾਵੇ। ਕਹਿੰਦੇ ਇਹੋ ਜਿਹੇ ਕੀਮਤੀ ਹੀਰੇ ਵਰਗੇ ਜਨਮ ਨੂੰ ਵਿਸ਼ੇ ਵਿਕਾਰਾਂ ਵਿੱਚ, ਬੁਰੇ ਕੰਮਾਂ ਵਿੱਚ, ਚੋਰੀਆਂ ਯਾਰੀਆਂ, ਠੱਗੀਆਂ, ਝੂਠ ਫਰੇਬਾਂ ਵਿੱਚ ਤੇ ਦਾਅਵੇ ਬੰਨਣ ਵਿੱਚ ਵੀ ਅਸੀਂ ਸਿਰਫ ਰੱਬ ਕੋਲ ਜਾਣਾ, ਅਸੀਂ ਵੱਡੇ ਹਾਂ, ਬਾਕੀ ਸਾਰੇ ਐਵੇਂ ਹੀ ਨੇ, ਇਹ ਦਾਅਵੇ ਬੰਨਣ ਵਿੱਚ ਨਹੀਂ ਗਵਾਉਣਾ ਚਾਹੀਦਾ। ਇਹ ਜਿਹੜਾ ਜਨਮ ਹੈ, ਇਹ ਵਿਸ਼ੇ ਵਿਕਾਰਾਂ ਵਿੱਚ ਤੇ ਹੰਕਾਰ ਦੇ ਦਾਅਵਿਆਂ ਵਿੱਚ। ਇਹ ਵੀ ਹੰਕਾਰ ਦਾ ਹੀ ਦਾਅਵਾ ਵੀ ਸਿਰਫ ਅਸੀਂ ਵੱਡੇ ਹਾਂ, ਬਾਕੀ ਸਾਰੇ ਐਵੇਂ ਹੀ ਨੇ, ਅਸੀਂ ਸਹੀ ਹਾਂ, ਬਾਕੀ ਗਲਤ ਨੇ। ਇਹ ਜਿਹੜਾ ਦਾਅਵਾ ਹੰਕਾਰ ਦਾ, ਇਹ ਵੀ ਵਿਕਾਰ ਹੈ। ਮਹਾਂਪੁਰਸ਼ ਇਹ ਨਹੀਂ ਕਰਦੇ। ਹਾਂਜੀ, ਇੱਕ ਵਿਰਾਟ ਕਾ ਬਦਲੇ ਜਾਵੇ। ਇੱਦਾਂ ਸਮਝ ਲਓ ਵੀ ਹੀਰਾ ਕੌਡੀਆਂ ਦੇ ਬਦਲੇ ਵੇਚ ਦਿੱਤਾ। ਕੌਡੀਆਂ ਨੇ ਆ ਜਿਹੜੀਆਂ ਚੁੱਕੀ ਫਿਰਦੇ ਆ ਵੀ ਮੈਂ ਵੱਡਾ ਆ, ਮੇਰੀ ਜਾਤ ਵੱਡੀ ਹੈ, ਮੇਰਾ ਧਰਮ ਵੱਡਾ ਹੈ, ਮੇਰਾ ਮਜ਼ਹਬ ਵੱਡਾ ਹੈ, ਮੈਂ ਮੁਸਲਮਾਨ ਹਾਂ ਤੇ ਮੈਂ ਜੰਨਤ ਜਾਵਾਂਗਾ, ਮੈਂ ਹਿੰਦੂ ਹਾਂ ਤੇ ਮੈਂ ਭਗਵਾਨ ਕੋਲ ਜਾਵਾਂਗਾ। ਇਹੋ ਜਿਹੇ ਫੋਕੇ ਜਿਹੜੇ ਦਾਅਵੇ ਨੇ, ਉਹਨਾਂ ਦੀ ਉੱਥੇ ਕੋਈ ਵੈਲਿਊ ਨਹੀਂ। ਮਹਾਰਾਜ ਕਹਿੰਦੇ ਸਾਰੇ ਕੌਡੀ ਦੇ ਬਦਲੇ ਜਨਮ ਗਵਾ ਲੈਂਦੇ ਨੇ। ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ। ਹਾਂਜੀ, ਜੇ ਲਾਗੇ ਸਿਮਰਨ ਸਤਨਾਮ। ਜਿਹੜੇ ਪ੍ਰਾਣੀ ਆਪਣੇ ਮਨੁੱਖਾ ਜੀਵਨ ਨੂੰ, ਆਪਣੇ ਸਵਾਸਾਂ ਨੂੰ ਸਫਲਾ ਕਰਨਾ ਚਾਹੁੰਦੇ ਆ, ਸਤਨਾਮ ਸ੍ਰੀ ਵਾਹਿਗੁਰੂ 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 ਜਪਣਾ ਸ਼ੁਰੂ ਕਰ ਦਿੰਦੇ ਆ। ਹਾਂਜੀ, ਸੇ ਲਾਹਾ ਲੈ ਗਏ ਨਿਜ ਧਾਮ। ਉਹ ਇਹ ਚੱਕਰ 'ਚ ਨਹੀਂ ਪੈਂਦੇ। ਹਮਰਾ ਝਗੜਾ ਰਹਾ ਨ ਕੋ, ਪੰਡਤ ਮੁੱਲਾ ਛਾਡੇ ਦੋ। ਸਾਡਾ ਕੋਈ ਝਗੜਾ ਨਹੀਂ ਰਿਹਾ ਇਹਨਾਂ ਪੰਡਤਾਂ ਨਾਲ ਤੇ ਇਹਨਾਂ ਮੁੱਲਾਂ ਨਾਲ, ਹਿੰਦੂਆਂ ਤੇ ਮੁਸਲਮਾਨਾਂ ਨਾਲ। ਆਸ਼ਕ ਰਹਿਣ ਅਲੱਗ, ਬੁੱਲੇ ਸ਼ਾਹ ਨੇ ਵੀ ਕਿਹਾ। ਉਹ ਕਹਿੰਦਾ ਧਰਮਸਾਲ ਧਾੜਵੀ ਵਸਦੇ ਤੇ ਠਾਕਰ ਦੁਆਰੇ ਠੱਗ।
ਤੇ ਮਸੀਤਾਂ ਦੇ ਵਿੱਚ ਵੀ ਉਹੋ ਜਿਹੀ ਕਾਜੀ ਠੱਗੀਆਂ ਚੋਰੀਆਂ ਵਾਲੇ ਤੇ ਰੱਬ ਦੇ ਆਸ਼ਿਕ ਰਹਿਣ ਅਲੱਗ। ਉਹ ਨਹੀਂ, ਉਹ ਵਿੱਚ ਫਸਦੇ ਹੀ ਨਹੀਂ ਚੱਕਰ ਦੇ। ਉਹਦਾ ਇਸ਼ਕ ਕਰਦੇ ਨੇ ਸੱਚੇ ਖੁਦਾ ਨਾਲ, ਪਰਮੇਸ਼ਰ ਨਾਲ, ਵਾਹਿਗੁਰੂ ਨਾਲ। ਤੇ ਉਹਦੇ ਆਸ਼ਿਕਾਂ ਨੂੰ ਕੀ ਲੱਗੇ ਹਿੰਦੂ ਮੁਸਲਮਾਨ ਦੇ ਝਗੜੇ 'ਚ ਪੈਣ ਨਾਲ। ਹਾਂਜੀ, ਜਿਸ ਕੇ ਛੂਟ ਜਾਏ ਭਰਮ ਉਰ ਕਾ। ਇਹ ਪੰਕਤੀ ਸ੍ਰੀ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਨੇ ਆਪਣੀ ਬਾਣੀ 'ਚ ਵੀ ਲਿਖੀ ਹੈ। ਜਾਤੇ ਛੂਟ ਗਇਓ ਭਰਮ ਉਰਕਾ, ਤੇ ਆਗੇ ਹਿੰਦੂ ਕਿਆ ਤੁਰਕਾ। 10ਵੇਂ ਪਾਤਸ਼ਾਹ ਦੀ ਬਾਣੀ 'ਚੋਂ ਕਵੀਰਾਜ ਸੰਤੋਖ ਸਿੰਘ ਜੀ ਕੋਟ ਕਰ ਰਹੇ ਨੇ। ਬਾਣੀ ਦੇ ਵਿੱਚ ਪੰਕਤੀ ਪ੍ਰਮਾਣ ਵਜੋਂ ਲੈ ਰਹੇ ਨੇ। ਕਹਿੰਦੇ ਜਿਹਦੇ ਅੰਦਰੋਂ ਭਰਮ ਨਿਕਲ ਗਿਆ ਨਾ, ਜਿਹਦੇ ਅੰਦਰੋਂ ਭਰਮ ਨਿਕਲ ਗਿਆ, ਉਹਦੇ ਅੱਗੇ ਹਿੰਦੂ ਕੀ ਤੇ ਮੁਸਲਮਾਨ ਕੀ। ਉਹਦੇ ਅੱਗੇ ਇਹ ਸਵਾਲ ਹੀ ਨਹੀਂ ਰਹਿੰਦਾ, ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾਹ ਰਾਮ ਕੇ ਪਿੰਡ ਪ੍ਰਾਨ। ਹਾਂਜੀ, ਤਿਸ ਕੈ ਕਿਆ ਹਿੰਦੂ ਕਿਆ ਤੁਰਕਾ। ਜਿਹਦੇ ਅੰਦਰੋਂ ਭਰਮ ਨਿਕਲ ਗਿਆ, ਉਹਦੇ ਅੱਗੇ ਹਿੰਦੂ ਮੁਸਲਮਾਨ ਦਾ ਵਿਤਕਰਾ ਖਤਮ ਹੋ ਜਾਂਦਾ ਹੈ। ਹਾਂਜੀ, ਸਭ ਮਹਿ ਪੂਰਨ ਏਕ ਪਛਾਨਹ। ਉਹਦੇ ਸਾਰਿਆਂ 'ਚ ਇੱਕੋ ਜੋਤ ਨੂੰ ਵੇਖਦਾ। ਸਭ ਮਹਿ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ। ਉਹ ਬੰਦੇ ਨੂੰ ਇੱਕੋ ਹੀ ਨਜ਼ਰ ਆਉਂਦਾ ਹੈ, ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ। ਹਾਂਜੀ, ਜਥਾ ਗਗਨ ਵਿਆਪਕ ਜਗ ਜਾਨਹ। ਕਹਿੰਦੇ ਜਿਵੇਂ ਆਕਾਸ਼ ਸਭ ਥਾਂ ਤੇ ਹੈ, ਕੋਈ ਮੁਲਕ, ਕੋਈ ਸ਼ਹਿਰ, ਕੋਈ ਪਿੰਡ, ਕੋਈ ਕਸਬਾ, ਕੋਈ ਜਗ੍ਹਾ ਐਸੀ ਨਹੀਂ ਜਿੱਥੇ ਆਕਾਸ਼ ਨਾ ਹੋਵੇ। ਕੋਈ ਸਰੀਰ ਐਸਾ ਨਹੀਂ ਜਿਹਦੇ 'ਚ ਭਗਵਾਨ ਨਾ ਹੋਵੇ। ਆਖੋ ਸ੍ਰੀ ਵਾਹਿਗੁਰੂ। ਕੋਈ ਇਨਸਾਨ ਐਸਾ ਨਹੀਂ, ਕੋਈ ਪਸ਼ੂ ਪੰਛੀ ਕੀੜਾ ਮਕੌੜਾ ਐਸਾ ਨਹੀਂ, ਕੋਈ ਜੜ ਚੇਤਨ ਜਗ੍ਹਾ ਐਸੀ ਨਹੀਂ ਜਿੱਥੇ ਨਿਰੰਕਾਰ ਦੀ ਜੋਤ ਨਾ ਹੋਵੇ। ਸਰਬ ਜੋਤ ਤੇਰੀ ਪਸਰ ਰਹੀ, ਜੈ ਜੈ ਦੇਖਾਂ ਤੈ ਨਰ ਹਰੀ। ਮੈਨੂੰ ਹਰ ਥਾਂ ਤੇ ਤੇਰੀ ਜੋਤ ਦਿਸਦੀ ਹੈ, ਤੇਰਾ ਪ੍ਰਕਾਸ਼ ਦਿਸਦਾ ਹੈ। ਅਵਲ ਅੱਲਾਹ ਨੂਰ ਉਪਾਇਆ। ਇਹ ਨੂਰ ਹੈ, ਇਹ ਜੋਤ ਹੈ ਜਿਹਨੂੰ ਆਤਮਾ ਕਹਿੰਦੇ ਨੇ, ਜਿਹੜੀ ਸਾਰਿਆਂ ਸਰੀਰਾਂ ਵਿੱਚ ਵਿਆਪਕ ਹੈ। ਹਾਂਜੀ, ਸੱਤਾ ਚੇਤਨ ਕੀ ਸਭ ਪਾਏ। ਆਹਾ, ਉਸ ਚੇਤਨ ਪ੍ਰਭੂ ਦੀ ਸੱਤਾ ਪਾ ਕੇ ਸਾਰੇ ਚੇਤਨ ਹੁੰਦੇ ਨੇ। ਜੇ ਵਾਹਿਗੁਰੂ ਚੇਤਨ ਨਾ ਹੋਵੇ, ਆਪਾਂ ਵੀ ਚੇਤਨ ਨਹੀਂ ਹੋ ਸਕਦੇ। ਤੁਰੇ ਫਿਰਦੇ ਆ ਨਾ, ਦੇਖਦੇ ਵੀ ਹਾਂ, ਸੁਣਦੇ ਵੀ ਹਾਂ, ਬੋਲਦੇ ਵੀ ਹਾਂ, ਸੁੰਘਦੇ ਵੀ ਹਾਂ, ਸਪਰਸ਼ ਵੀ ਕਰਦੇ ਹਾਂ। ਪੰਜੇ ਗਿਆਨ ਇੰਦਰੀਆਂ ਦੁਆਰਾ ਬਾਹਰਲੇ ਸੰਸਾਰ ਦਾ ਸਾਨੂੰ ਗਿਆਨ ਹੁੰਦਾ। ਅੰਦਰ ਅਕਾਲ ਪੁਰਖ ਦੀ ਚੇਤਨਾ ਹੈ ਤਾਂ ਹੀ। ਜੇ ਅੰਦਰ ਜੋਤ ਨਾ ਹੋਵੇ ਤੇ ਮਹਾਰਾਜ ਕਹਿੰਦੇ ਜਬ ਆਪਣੀ ਜੋਤ ਖਿੰਚੈ ਤੂੰ ਸੁਆਮੀ, ਤਬ ਕੋਈ ਕਰੋ ਦਿਖਾ ਵਿਖਿਆਸਾ। ਹੇ ਵਾਹਿਗੁਰੂ, ਜਦੋਂ ਤੂੰ ਕਿਸੇ ਬੰਦੇ ਨੂੰ ਆਪਣੀ ਜੋਤ ਕੱਢ ਲੈਣਾ, ਫਿਰ ਕੁਝ ਕਰਕੇ ਵਿਖਾਵੇ। ਡਾਕਟਰ ਕਹਿੰਦਾ ਮੈਂ ਇੰਨਾ ਸਿਆਣਾ ਡਾਕਟਰ ਹਾਂ, ਮੈਂ ਇਹ ਮਰੀਜ਼ ਦੇ ਮਰਦੇ 'ਚ ਜਾਨ ਪਾਤੀ, ਇਹ ਮਰ ਜਾਂਦਾ ਜੇ ਮੇਰੇ ਕੋਲ ਨਾ 10 ਮਿੰਟ ਪਹਿਲਾਂ ਆਉਂਦਾ। ਪਰ ਉਸ ਡਾਕਟਰ ਨੂੰ ਪੁੱਛੋ ਤੂੰ ਕੀ ਚੀਜ਼ ਹੈ? ਜੇ ਤੇਰੇ ਵਿੱਚ ਵਾਹਿਗੁਰੂ ਦੀ ਜੋਤ ਹੈ ਤੇ ਤਾਂ ਤੂੰ ਇਸ ਦਾ ਇਲਾਜ ਕਰ ਰਿਹਾ। ਜੇ ਉਹਦੀ ਜੋਤ ਨਾ ਹੋਵੇ ਤਾਂ ਕੁਛ ਨਹੀਂ ਕਰ ਸਕਦਾ। ਕੋਈ ਇੰਜੀਨੀਅਰ ਕਹਿੰਦਾ ਮੈਂ ਐਡੀ ਵੱਡੀ ਬਿਲਡਿੰਗ ਖੜੀ ਕਰਤੀ, ਉਹਨੂੰ ਪੁੱਛੋ ਵੀ ਤੂੰ ਕੁਛ ਵੀ ਨਹੀਂ, ਤੇਰੇ ਅੰਦਰ ਜਿਹੜੀ ਜੋਤ ਹੈ ਜੇ ਨਾ ਹੋਵੇ ਫਿਰ ਤੂੰ ਕੀ ਕਰ ਸਕਦਾ? ਫਿਰ ਤਾਂ ਆਪਣੀ ਕਬਰ ਵੀ ਮੁਰਦਾ ਪੁੱਟ ਨਹੀਂ ਸਕਦਾ। ਕੁਛ ਵੀ ਨਹੀਂ ਕਰ ਸਕਦੇ ਅਸੀਂ ਵਾਹਿਗੁਰੂ ਦੀ ਜੋਤ ਤੋਂ ਬਿਨਾਂ। ਹਾਂਜੀ, ਇੱਕ ਸਮ ਹੀ ਸਭ ਪਰਹਿ ਲਖਾਏ। ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਨੂੰ ਇੱਕੋ ਹੀ ਦਿਸਦਾ। ਹੇ ਬਾਦਸ਼ਾਹ ਜਹਾਂਗੀਰ, ਤੁਹਾਨੂੰ ਲੱਗਦਾ ਹਿੰਦੂ ਹੈ, ਮੁਸਲਮਾਨ ਹੈ, ਸਿੱਖ ਹੈ, ਈਸਾਈ ਹੈ, ਜੈਨੀ ਹੈ, ਬੋਧੀ ਹੈ, ਵੱਡਾ ਹੈ, ਛੋਟਾ ਹੈ, ਗਰੀਬ ਹੈ, ਅਮੀਰ ਹੈ, ਤੁਹਾਡੀ ਨਿਗਾਹ 'ਚ ਫਰਕ ਹੈ। ਸਾਡੀ ਨਿਗਾਹ 'ਚ ਕੋਈ ਫਰਕ ਨਹੀਂ। ਸਾਨੂੰ ਇੱਕੋ ਹੀ ਜੋਤ ਦਿਸਦੀ ਹੈ, ਇੱਕੋ ਹੀ ਸਾਰੇ ਪ੍ਰਮਾਤਮਾ ਪਸਰਿਆ ਹੋਇਆ ਨਜ਼ਰ ਆਉਂਦਾ ਹੈ। ਹਾਂਜੀ, ਜਿਨਹੁ ਦੇਹ ਹੰਤਾ ਦਿੜ ਧਾਰੀ। ਹੇ ਜਹਾਂਗੀਰ, ਜਿਸ ਨੇ ਆਪਣੇ ਆਪ ਨੂੰ ਸਰੀਰ ਸਮਝ ਲਿਆ, ਆਪਣੇ ਆਪ ਨੂੰ ਬੰਦਾ, ਇਸਤਰੀ, ਗੋਰਾ, ਕਾਲਾ, ਮੋਟਾ, ਪਤਲਾ, ਲੰਮਾ, ਉੱਚਾ, ਹਿੰਦੂ, ਮੁਸਲਮਾਨ ਸਮਝਿਆ, ਉਸ ਬੰਦੇ ਨੂੰ ਭਰਮ ਪਿਆ ਹੋਇਆ। ਆਪਣੇ ਆਪ ਨੂੰ ਜਿਸ ਨੇ ਦੇਹ ਸਮਝ ਲਿਆ ਹੈ। ਹਾਂਜੀ, ਤੇ ਦਾਵੇ ਬੰਦ ਹੈ ਭਰਮ ਭਾਰੀ। ਉਹ ਦਾਵੇ ਬੰਨਦੇ ਨੇ, ਉਹ ਭਰਮ 'ਚ ਪਏ ਹੋਏ ਨੇ। ਉਹ ਕਹਿੰਦੇ ਨੇ ਸਾਡਾ ਧਰਮ ਵੱਡਾ, ਤੁਹਾਡਾ ਧਰਮ ਛੋਟਾ ਹੈ, ਸਾਡਾ ਧਰਮ ਸਹੀ ਹੈ, ਤੁਹਾਡਾ ਧਰਮ ਗਲਤ ਹੈ। ਇਹੋ ਜਿਹੇ ਲੋਕ ਦਾਅਵਿਆਂ ਵਿੱਚ ਸਾਰੀ ਜ਼ਿੰਦਗੀ ਖਰਾਬ ਕਰ ਲੈਂਦੇ ਨੇ।
ਪਰਮੇਸ਼ਰ ਦਾ ਗਿਆਨ ਨਹੀਂ ਹੋ ਸਕਦਾ, ਨਹੀਂ ਹੋ ਸਕਦਾ। ਹਾਂਜੀ, ਹਲਤ ਨਹੀਂ ਸੁਖ ਪਲਤ ਨਾ ਢੋਈ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਜਹਾਂਗੀਰ, ਨਾ ਉਹਨਾਂ ਨੂੰ ਹਾਲਤ ਵਿੱਚ ਸੁੱਖ ਮਿਲਦਾ, ਨਾ ਪਲਤ ਢੋਈ ਮਿਲਦੀ। ਇੱਥੇ ਵੀ ਦੁਖੀ ਰਹਿੰਦੇ ਨੇ, ਸੜਦੇ ਕੁਲਦੇ ਲੋਕਾਂ ਨਾਲ ਐਵੇਂ ਬਹਿਸ਼ਾਂ ਬਵਾਸ਼ਾਂ ਕਰੀ ਜਾਂਦੇ ਆ, ਸਾਰੀ ਜ਼ਿੰਦਗੀ ਪਰੇਸ਼ਾਨ। ਅੱਗੇ ਗਏ ਦਰਗਾਹ ਵਿੱਚ ਵੀ ਧੱਕੇ ਹੀ ਪੈਂਦੇ, ਕੁਛ ਨਹੀਂ ਮਿਲਦਾ। ਹਾਲਤ ਨਾ ਸੋਭਾ ਪਲਤ ਨਾ ਢੋਈ। ਮਹਾਰਾਜ ਕਹਿੰਦੇ ਸੰਸਾਰ 'ਚ ਸੋਭਾ ਨਹੀਂ ਮਿਲਦੀ, ਸੰਸਾਰ 'ਚ ਸੁੱਖ ਨਹੀਂ ਮਿਲਦਾ, ਤੇ ਦਰਗਾਹ ਵਿੱਚ ਵਾਹਿਗੁਰੂ ਦੀ ਕਚਹਿਰੀ ਵਿੱਚ ਢੋਈ ਵੀ ਨਹੀਂ ਮਿਲਦੀ। ਪ੍ਰਭ ਤੇ ਸਦਾ ਦੁਹਾਗਣ ਸੋਈ। ਉਹ ਪਰਮੇਸ਼ਰ ਤੋਂ ਦੂਰ ਰਹਿੰਦੇ ਆ, ਦੁਹਾਗਣ ਦੁਐਤ ਦੀ ਅਗਨੀ 'ਚ ਸੜਦੇ ਰਹਿੰਦੇ ਨੇ। ਨਹਿ ਤਨ ਹੰਤਾ ਹੋਤ ਨਾ ਦਾਵੇ। ਮਹਾਰਾਜ ਕਹਿੰਦੇ ਬ੍ਰਹਮ ਗਿਆਨੀਆਂ ਨੂੰ ਸਰੀਰ ਦੀ ਹੰਗਤਾ ਨਹੀਂ ਹੁੰਦੀ, ਉਹ ਆਪਣੇ ਆਪ ਨੂੰ ਸਰੀਰ ਸਮਝਦੇ ਹੀ ਨਹੀਂ। ਉਹ ਆਪਣੇ ਆਪ ਨੂੰ ਇਨਸਾਨ, ਪਸ਼ੂ, ਮਨੁੱਖ ਜਾਂ ਹਿੰਦੂ ਜਾਂ ਮੁਸਲਮਾਨ, ਬ੍ਰਾਹਮਣ ਜਾਂ ਖੱਤਰੀ, ਵੈਸ਼ ਜਾਂ ਸ਼ੂਦਰ ਨਹੀਂ ਸਮਝਦੇ। ਇਹ ਸਰੀਰ ਦੇ ਜਨਮ ਨੂੰ ਆਪਣਾ ਸਰੀਰ ਵੀ ਨਹੀਂ ਸਮਝਦੇ। ਅਸੀਂ ਇਹੋ ਜਿਹੇ ਮਹਾਂਪੁਰਸ਼ਾਂ ਦੇ ਵੀ ਦਰਸ਼ਨ ਕੀਤੇ ਕਿ ਉਹਨਾਂ ਨੂੰ ਪੁੱਛੀਏ, ਮਹਾਂਪੁਰਸ਼ੋ ਤੁਹਾਡਾ ਜਨਮ ਕਿੱਥੇ ਹੋਇਆ? ਕਹਿੰਦੇ ਇਸ ਸਰੀਰ ਦਾ ਜਨਮ ਹੋਇਆ ਸੀ ਫਲਾਣੇ ਸਨ, ਫਲਾਣੀ ਥਾਂ 'ਤੇ। ਸਾਡਾ ਕੋਈ ਜਨਮ ਨਹੀਂ ਹੋਇਆ, ਕਿਉਂਕਿ ਆਤਮਾ ਜੰਮਦੀ ਨਹੀਂ, ਆਤਮਾ ਮਰਦੀ ਨਹੀਂ। ਨਹਿ ਕਿਸ ਜਨਮੈ ਨਹਿ ਕਿਸ ਮਰੈ, ਆਪਨ ਚਲਤ ਆਪ ਹੀ ਕਰੈ। ਸਰੀਰ ਜੰਮਦਾ ਮਰਦਾ, ਸਰੀਰ ਬਦਲਦਾ ਹੈ। ਸਰੀਰ ਜਵਾਨੀ 'ਚ ਆਉਂਦਾ, ਸਰੀਰ ਬੁਢੇਪੇ 'ਚ ਜਾਂਦਾ, ਸਰੀਰ ਮਿੱਟੀ 'ਚ ਮਿਲਦਾ, ਸਰੀਰ ਫਿਰ ਆਉਂਦਾ ਜਾਂਦਾ। ਆਤਮਾ ਪ੍ਰਕਾਸ਼ ਰੂਪ ਹੈ। ਉਹ ਜਿਹੜੇ ਬ੍ਰਹਮ ਗਿਆਨੀ ਮਹਾਂਪੁਰਸ਼ ਨੇ ਆਪਣੇ ਆਪ ਨੂੰ ਸਰੀਰ ਨਹੀਂ ਸਮਝਦੇ। ਤਨ ਬਿਨ ਆਪਣਾ ਰੂਪ ਲਖ ਪਾਵੇ। ਉਹਨਾਂ ਨੇ ਸਰੀਰ ਤੋਂ ਵੱਖਰਾ ਆਪਣੇ ਆਪ ਨੂੰ ਆਤਮਾ ਰੂਪ ਜਾਣਿਆ ਹੁੰਦਾ। ਮੈਂ ਇਹ ਸਰੀਰ ਨਹੀਂ ਹਾਂ, ਮੈਂ ਇਸ ਸਰੀਰ ਨਾਲ ਸੰਬੰਧਿਤ ਇੰਦਰੀਆਂ ਵੀ ਨਹੀਂ ਹਾਂ, ਮੈਂ ਮਨ ਵੀ ਨਹੀਂ ਹਾਂ, ਮੈਂ ਬੁੱਧੀ ਵੀ ਨਹੀਂ ਹਾਂ, ਮੈਂ ਚੇਤਾ ਵੀ ਨਹੀਂ ਹਾਂ, ਮੈਂ ਹੰਕਾਰ ਵੀ ਨਹੀਂ ਹਾਂ, ਮੈਂ ਇਹਨਾਂ ਸਾਰਿਆਂ ਨੂੰ ਜਾਣਨ ਵਾਲਾ ਆਤਮਾ, ਇਹਨਾਂ ਤੋਂ ਨਿਆਰਾ ਹਾਂ। ਇੱਦਾਂ ਆਪਣੇ ਆਪ ਨੂੰ ਆਤਮ ਰੂਪ ਜਾਣ ਲੈਂਦੇ ਹਨ। ਹਲਤ ਮਹਾ ਸੁਖ ਪਲਤ ਆਨੰਦ। ਉਹ ਇੱਥੇ ਵੀ ਆਨੰਦ 'ਚ ਰਹਿੰਦੇ ਆ, ਪ੍ਰਸੰਨ ਰਹਿੰਦੇ ਸਦਾ ਹੀ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਜਦੋਂ ਵਾਹਿਗੁਰੂ ਦੇ ਦਰਬਾਰ 'ਚ ਜਾਂਦੇ ਆ, ਉੱਥੇ ਵੀ ਜੈ ਜੈਕਾਰ ਹੁੰਦੀ ਹੈ, ਉੱਥੇ ਵੀ ਬੜਾ ਆਨੰਦ ਹੁੰਦਾ, ਉੱਥੇ ਵੀ ਫੁੱਲਾਂ ਦੀ ਵਰਖਾ ਹੁੰਦੀ ਹੈ। ਆਓ ਬੈਠ ਆਦਰ ਸੁਭ ਦੇਵ। ਧਰਮਰਾਜ ਵੀ ਕਹਿੰਦਾ ਆਓ ਜੀ, ਜੀ ਆਇਆਂ ਨੂੰ, ਭਾਗ ਜਾਗੇ ਮੈਨੂੰ ਤੁਹਾਡੇ ਦਰਸ਼ਨ ਹੋਏ। ਧਰਮਰਾਏ ਤਿੰਨ ਕਾ ਮਿੱਤ ਹੈ, ਕਾਜ ਸਵਾਰਨ ਹਾਰ। ਧਰਮਰਾਜ ਉਹਨਾਂ ਦਾ ਮਿੱਤਰ, ਦੋਸਤ ਬਣ ਕੇ ਉਹਨਾਂ ਨੂੰ ਅੱਗੋਂ ਦੀ ਲੈਣ ਆਉਂਦਾ। ਮਹਾਰਾਜ ਕਹਿੰਦੇ ਕੋਈ ਨਿਰਾਦਰੀ ਨਹੀਂ ਕਰ ਸਕਦਾ ਉਹਨਾਂ ਦੀ। ਹਾਂਜੀ, ਸੋ ਪ੍ਰਭ ਪਤ ਕੀ ਪ੍ਰਿਆ ਬਿਲੰਦੇ। ਉਹ ਆਪਣੇ ਪਤੀ ਪਰਮੇਸ਼ਰ ਦੀ ਪਿਆਰੀ ਸੁਹਾਗਣ ਬਣ ਕੇ ਜਾਂਦੇ, ਵਾਹਿਗੁਰੂ ਦੇ ਪ੍ਰੇਮ ਵਿੱਚ ਰੰਗੇ ਰਹਿੰਦੇ। ਹਾਂਜੀ, ਛੁਟਬੋ ਨਹਿ ਜਾਣ ਹੈ ਨਰ ਅੰਦਾ। ਮਹਾਰਾਜ ਕਹਿੰਦੇ ਇਹ ਜੀਵ ਅੰਨਾ ਫਸਣਾ ਹੀ, ਫਸਿਆ ਹੀ ਰਹਿਣਾ ਚਾਹੁੰਦਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਫਾਸਨ ਕੀ ਬਿਦ ਸਭ ਕੋ ਜਾਣੈ, ਛੂਟਨ ਕੀ ਇੱਕ ਕੋਈ। ਕਹੋ ਕਬੀਰ ਰਾਮ ਹਿਰਦੈ ਵਿਚਾਰੈ। ਮਹਾਰਾਜ ਕਹਿੰਦੇ ਫਸਣ ਦੀ ਵਿਧੀ ਤੇ ਸਾਰੇ ਹੀ ਜਾਣਦੇ ਨੇ, ਛੁੱਟਣ ਦੀ ਕੋਈ ਵਿਰਲਾ ਜਾਣਦਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਆਪਾਂ ਜਿੰਨੇ ਵੀ ਕੰਮ ਕਰਦੇ ਹਾਂ ਫਸਣ ਵਾਲੇ ਹੀ ਕਰ ਰਹੇ ਹਾਂ। ਸਾਧ ਸੰਗਤ, ਜਿੰਨੇ ਵੀ ਕੰਮ ਆਪਾਂ ਕਰ ਰਹੇ ਹਾਂ ਨਾ, ਭਾਵੇਂ ਉਹ ਸਮਾਜਿਕ ਹੋਣ, ਭਾਵੇਂ ਉਹ ਰਾਜਨੀਤਿਕ ਹੋਣ, ਭਾਵੇਂ ਸਾਡੇ ਅਖੌਤੀ ਧਾਰਮਿਕ ਕਰਮ ਵੀ ਹੋਣ, ਫਸਣ ਵਾਲੇ ਨੇ, ਫਸੀ ਜਾਣਾ। ਛੁੱਟਣ ਦੀ ਤਾਂ ਕਿਸੇ ਵਿਰਲੇ ਨੂੰ ਹੀ ਸਮਝ ਆਉਂਦੀ ਹੈ। ਛੂਟਣ ਕੀ ਇੱਕ ਕੋਈ, ਕਰੋੜਾਂ 'ਚੋਂ ਕੋਈ ਇੱਕ ਅੱਧਾ ਜਿਹੜਾ ਛੁੱਟਣਾ ਵੀ ਜਾਣਦਾ, ਇਸ ਜੇਲ੍ਹ 'ਚੋਂ ਨਿਕਲਣਾ ਜਾਣਦਾ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਇਹ ਅੰਨਾ ਜੀਵ ਫਸੀ ਜਾਂਦਾ, ਫਸੀ ਜਾਂਦਾ, ਫਸੀ ਜਾਂਦਾ। ਹਾਂਜੀ, ਦਾਵੇ ਬੰਧਨ ਤੇ ਲਹਿ ਬੰਦਾ। ਤੇ ਸਭ ਤੋਂ ਵੱਡਾ ਦਾਵਾ ਬਣਦਾ, ਦਾਵਾ ਬਣਦਾ ਵੀ ਮੈਂ ਠੀਕ ਹਾਂ, ਬਾਕੀ ਗਲਤ ਨੇ। ਜਿਹੜੀ ਗੱਲ ਮੈਂ ਕਹਿੰਦਾ ਉਹ ਸਹੀ ਹੈ, ਬਾਕੀ ਜਿਹੜੇ ਕਹਿੰਦੇ ਨੇ ਉਹ ਗਲਤ ਹੈ। ਮੇਰਾ ਧਰਮ ਠੀਕ ਹੈ, ਦੂਜਿਆਂ ਦਾ ਧਰਮ ਗਲਤ ਹੈ। ਮੇਰੀ ਵਿਚਾਰ ਠੀਕ ਹੈ, ਦੂਜਿਆਂ ਦੀ ਵਿਚਾਰ ਗਲਤ ਹੈ। ਇਸ ਤਰ੍ਹਾਂ ਦਾਵਾ ਬਣ ਕੇ ਕਿ ਮੈਂ ਅੱਲਾਹ ਕੋਲ ਜਾਵਾਂਗਾ, ਮੈਂ ਖੁਦਾ ਕੋਲ ਜਾਵਾਂਗਾ, ਮੈਂ ਜੰਨਤ ਜਾਵਾਂਗਾ, ਬਾਕੀ ਸਾਰੇ ਦੋਜ਼ਖ ਨਰਕਾਂ ਦੀ ਅੱਗ 'ਚ ਸੜਨਗੇ। ਇਹ ਦਾਵਾ ਬਣ ਕੇ ਆਪਣੇ ਆਪ ਨੂੰ ਬੰਨ੍ਹ ਲੈਂਦਾ। ਹਾਂਜੀ,
ਤਨ ਹੰਤਾ ਕੇ ਬਿਨਾ ਵਿਸਾਰੇ। ਮਹਾਰਾਜ ਕਹਿੰਦੇ ਆ ਜਹਾਂਗੀਰ ਬਾਦਸ਼ਾਹ, ਜਿੰਨਾ ਚਿਰ ਆਪਣੇ ਆਪ ਨੂੰ ਮੁਸਲਮਾਨ, ਹਿੰਦੂ, ਵੱਡਾ ਛੋਟਾ, ਮਨੁੱਖ, ਪਸ਼ੂ ਸਮਝੋਗੇ, ਉਹਨਾਂ ਚਿਰ ਜੰਮਣ ਮਰਨ ਨਹੀਂ ਮੁੱਕਣਾ। ਜਿੰਨਾ ਚਿਰ ਤਨ ਹੰਤਾ ਨਹੀਂ ਵਿਸਾਰਦੇ, ਆਪਣੇ ਤਨ ਹੰਤਾ ਮੈਨੇ ਤਨ ਸਰੀਰ, ਹੰਤਾ ਮੈਨੇ ਸਰੀਰ ਦੀ ਹੰਗਤਾ, ਵੀ ਮੈਂ ਸਰੀਰ ਹਾਂ, ਆ ਮੇਰਾ ਸਰੂਪ, ਆਪਣੇ ਆਪ ਨੂੰ ਸਰੀਰ ਸਮਝਿਆ ਹੋਇਆ, ਜਿੰਨਾ ਚਿਰ ਨਹੀਂ ਛੱਡਦੇ। ਨਹਿ ਪ੍ਰਭ ਪਾਇਤ ਅਪਰ ਅਪਾਰੇ। 100 ਜਨਮ ਲੱਗੇ ਰਹੋ, 1000 ਜਨਮ ਨੇ, ਪਰਮੇਸ਼ਰ ਨਹੀਂ ਮਿਲਣਾ। ਪਰਮੇਸ਼ਰ ਦੀ ਪ੍ਰਾਪਤੀ ਉਦੋਂ ਹੋਣੀ ਹੈ ਜਦੋਂ ਆਪਣੇ ਸਰੀਰ ਤੋਂ ਬਾਹਰ ਨਿਕਲ ਕੇ ਆਪਣੀ ਆਤਮਾ 'ਚ ਵਿਚਰੋਗੇ। ਜਦੋਂ ਆਤਮਾ ਕਰਕੇ ਦੇਖੋਗੇ, ਫਿਰ ਜਿੰਨੇ ਦਾਅਵੇ ਨੇ ਝੂਠੇ ਨੇ, ਕਿਉਂਕਿ ਇਹ ਜਿੰਨੇ ਵੀ ਦਾਅਵੇ ਨੇ ਸਾਰੇ ਸਰੀਰ ਦੇ ਤਲ 'ਤੇ ਹੋ ਰਹੇ ਨੇ। ਆਤਮਾ ਦਾ ਕੋਈ ਮਜ਼ਹਬ ਨਹੀਂ, ਕੋਈ ਜਾਤੀ ਨਹੀਂ, ਆਤਮਾ ਦੀ ਕੋਈ ਮਰਿਆਦਾ ਨਹੀਂ। ਆਤਮਾ ਸਿਰਫ ਆਤਮ ਰੂਪੀ ਹੈ, ਪ੍ਰਕਾਸ਼ ਰੂਪੀ ਹੈ। ਹਾਂਜੀ, ਜਾਂ ਤੇ ਸੁਨੋ ਸ਼ਾਹੋ ਤਨ ਮਾਨ। ਮਹਾਰਾਜ ਕਹਿੰਦੇ ਆ, ਅੱਛਾ ਜਹਾਂਗੀਰ ਬਾਦਸ਼ਾਹ ਸੁਣੋ, ਜੇ ਆਪਣਾ ਕਲਿਆਣ ਚਾਹੁੰਦੇ ਹੋ ਤੇ ਆਪਣੇ ਸਰੀਰ ਦਾ ਮਾਣ ਛੱਡ ਦਿਓ। ਹਾਂਜੀ, ਇਸ ਕੇ ਤਿਆਗਨ ਤੇ ਦੁਖ ਹਾਨ। ਇਸ ਤਿਆਗਣ ਨਾਲ ਤੁਹਾਡੇ ਦੁੱਖ ਕੱਟੇ ਜਾਣਗੇ। ਸਰੀਰ ਦਾ ਮੋਹ ਛੱਡੋ, ਆਪਣੀ ਸਰੀਰ ਦੀ ਮਮਤਾ ਛੱਡੋ, ਆਪਣੇ ਸਰੀਰ ਦੀ ਹੰਗਤਾ ਛੱਡੋ, ਆਪਣੇ ਆਪ ਨੂੰ ਉਸ ਸਾਗਰ ਦੀ ਬੂੰਦ ਸਮਝੋ, ਜਿਹੜਾ ਮਹਾਸਾਗਰ ਹੈ, ਬ੍ਰਹਮ ਅਕਾਲ ਪੁਰਖ ਵਾਹਿਗੁਰੂ ਨਿਰੰਕਾਰ ਜੋਤੀ ਸਰੂਪ। ਮੈਂ ਉਸੇ ਸਾਗਰ 'ਚ ਇੱਕ ਬੂੰਦ ਹਾਂ, ਬਸ ਉਹਦੇ ਵਿੱਚ ਹੀ ਰਲਣਾ ਹੈ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਮਿਟ ਗਏ ਗਵਨ ਪਾਏ ਬਿਸਰਾਮ, ਨਾਨਕ ਪ੍ਰਭ ਕੈ ਸਾਧ ਕੁਰਬਾਨ। ਜੇਕਰ ਇਸ ਨਿਸ਼ਾਨੇ 'ਤੇ ਚੱਲ ਪਏ, ਫਿਰ ਤਾਂ ਇਸ ਮਨੁੱਖਾ ਜਨਮ ਦਾ ਤੁਹਾਨੂੰ ਲਾਭ ਮਿਲ ਜਾਏਗਾ। ਅਤੇ ਜੇ ਉਰਾਂ ਹੀ ਖੜੇ ਰਹੇ ਸਾਰੀ ਉਮਰ, ਅਸੀਂ ਵੱਡੇ ਹਾਂ, ਅਸੀਂ ਹਿੰਦੂ ਹਾਂ, ਅਸੀਂ ਮੁਸਲਮਾਨ ਹਾਂ, ਅਤੇ ਬਸ ਫਿਰ ਚੱਕਰ 'ਚ ਪਏ ਰਹੋ, ਜੰਮੀ ਜਾਓ, ਮਰੀ ਜਾਓ, ਫਿਰ ਦੁੱਖ ਨਹੀਂ ਮਿਟਣੇ। ਤਕਲੀਫਾਂ, ਚਿੰਤਾ, ਪਰੇਸ਼ਾਨੀਆਂ, ਟੈਨਸ਼ਨ, ਬਿਮਾਰੀਆਂ, ਰੋਗ ਸਭ ਲੱਗੇ ਹੀ ਰਹਿਣੇ ਆ ਫਿਰ। ਹਾਂਜੀ, ਜਬ ਤਨ ਹੰਤਾ ਭਈ ਵਿਨਾਸ਼। ਜਦੋਂ ਇਹ ਸਰੀਰ ਦੀ ਹੰਗਤਾ ਬਿਨਸ ਜਾਏਗੀ, ਆਪਣੇ ਆਪ ਨੂੰ ਸਰੀਰ ਸਮਝਣਾ ਛੱਡ ਦਿਓਗੇ, ਤਬ ਦਾਵੇ ਬੰਧਨ ਕਿਤ ਆਸ। ਫਿਰ ਆਹ ਦਾਅਵੇ ਵੀ ਨਹੀਂ ਬਣੋਗੇ। ਆ ਜਿਹੜਾ ਸਵਾਲ ਤੁਸੀਂ ਕੀਤਾ ਵੀ ਹਿੰਦੂ ਵੱਡੇ ਨੇ ਕਿ ਮੁਸਲਮਾਨ, ਗੁਰੂ ਨਾਨਕ ਸਾਹਿਬ ਤੋਂ ਵੀ ਪੁੱਛਿਆ, ਇਹ ਸਵਾਲ ਲਗਭਗ ਚੱਲਦਾ ਰਿਹਾ। ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਬਹਾਦਰ ਸ਼ਾਹ ਨੇ ਵੀ ਇਹ ਸਵਾਲ ਪੁੱਛਿਆ। ਮੁਸਲਮਾਨਾਂ ਦੇ ਮੂੰਹ ਤੋਂ ਜ਼ਿਆਦਾ ਤੇਰੇ ਸਵਾਲ ਸੁਣਾਈ ਦਿੰਦਾ। ਉਹ ਸੁਣਨਾ ਚਾਹੁੰਦੇ ਨੇ ਵੀ ਕੋਈ ਕਹੇ ਕਿ ਤੁਸੀਂ ਵੱਡੇ ਹੋ, ਪਰ ਗੁਰੂ ਸਾਹਿਬ ਤਾਂ ਸੱਚ ਦਾ ਡੰਕਾ ਵਜਾਉਂਦੇ, ਨਾ ਕਿਸੇ ਦੀ ਝੂਠੀ ਖੁਸ਼ਾਮਦ ਕਰਦੇ ਆ, ਨਾ ਸੁਣਦੇ। ਜਿਹੜੀ ਗੱਲ ਹੈ ਮੂੰਹ 'ਤੇ ਕਹਿ ਦਿੱਤੀ, ਸੱਚ ਸੁਣਾਏ ਸੀ, ਸੱਚ ਕੀ ਵੇਲਾ। ਮਹਾਰਾਜ ਕਹਿੰਦੇ ਬਾਬਾ ਆਖੇ ਹਾਜੀਆਂ, ਗੁਰੂ ਨਾਨਕ ਸਾਹਿਬ ਨੇ ਵੀ ਕਿਹਾ, ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਤੁਸੀਂ ਪੁੱਛਦੇ ਹੋ ਹਿੰਦੂ ਵੱਡਾ ਕਿ ਮੁਸਲਮਾਨ ਹੋਈ, ਮਹਾਰਾਜ ਕਹਿੰਦੇ ਦੋਵੇਂ ਰੋ ਰਹੇ ਨੇ, ਦੋਵੇਂ ਦੁਖੀ ਨੇ। ਹਾਂਜੀ, ਸੁਨ ਹਜ਼ਰਤ ਨੇ ਹਿਰਦੇ ਵਿਚਾਰਾ। ਇਹ ਸੁਣ ਕੇ ਬਾਦਸ਼ਾਹ ਜਹਾਂਗੀਰ ਬੜਾ ਪ੍ਰਭਾਵਿਤ ਹੋਇਆ ਤੇ ਉਹਨੇ ਆਪਣੇ ਹਿਰਦੇ 'ਚ ਵਿਚਾਰ ਕੀਤੀ ਮੁਨਸਬ ਹੋ ਕੇ ਵੀ ਪੀਰ ਜੀ ਜਿਹੜੀ ਗੱਲ ਕਹਿ ਰਹੇ ਨੇ ਬੜੀ ਦੁਰਸਤ ਕਹਿ ਰਹੇ ਨੇ। ਹਾਂਜੀ, ਨਯੋ ਬੈਸ ਇੱਕ ਬਾਹਰ ਧਾਰਾ। ਕਹਿੰਦੇ ਇਹ ਅੰਦਰੋਂ ਬ੍ਰਹਮ ਗਿਆਨੀ ਨੇ, ਸਿਰਫ ਬਾਹਰਲਾ ਭੇਸ ਸੀ ਇਹਨਾਂ ਦਾ ਸ਼ਸਤਰਾਂ ਵਾਲਾ ਹੈ, ਸ਼ਸਤਰ ਧਾਰੀ, ਰਾਜਿਆਂ ਵਾਲਾ, ਕਲਗੀਆਂ ਤੋੜਿਆਂ ਵਾਲਾ, ਬਾਦਸ਼ਾਹੀ ਸਰੂਪ ਹੈ। ਅੰਦਰੋਂ ਇਹਨਾਂ ਦੀ ਬਿਰਤੀ 'ਤੇ ਕੋਈ ਫਰਕ ਨਹੀਂ ਪਿਆ। ਮਨ ਵਿੱਚ ਸੋਚਦਾ ਜਹਾਂਗੀਰ। ਹਾਂਜੀ, ਪ੍ਰਥਮ ਗੁਰੂ ਕੇ ਮਤ ਸਮ ਮਤ ਹੈ। ਇਹਨਾਂ ਦਾ ਮਤ ਵੀ ਪਹਿਲੇ ਗੁਰੂਆਂ ਵਰਗਾ ਹੀ ਹੈ। ਗੁਰੂ ਨਾਨਕ ਸਾਹਿਬ ਦਾ ਜੋ ਮਤ ਹੈ ਉਹ ਗੁਰੂ ਹਰਗੋਬਿੰਦ ਸਾਹਿਬ ਨੇ ਬਦਲਿਆ ਨਹੀਂ। ਕਈ ਲੋਕ ਅੱਜ ਤੱਕ ਇਹ ਝੂਠ ਪ੍ਰਚਾਰ ਕਰਦੇ ਆ ਰਹੇ ਨੇ। ਹਿੰਦੁਸਤਾਨ ਦੀਆਂ ਯੂਨੀਵਰਸਿਟੀਆਂ ਵਿੱਚ ਇਹੋ ਜਿਹੀਆਂ ਕਿਤਾਬਾਂ, ਇਹੋ ਜਿਹੇ ਸਿਲੇਬਸ ਲਾਏ ਜਾਂਦੇ ਨੇ ਕਿ ਗੁਰੂ ਹਰਗੋਬਿੰਦ ਸਾਹਿਬ ਨੇ ਗੁਰੂ ਨਾਨਕ ਦੀ ਵਿਚਾਰ ਬਦਲ ਦਿੱਤੀ, ਗੁਰੂ ਗੋਬਿੰਦ ਸਿੰਘ ਨੇ ਹੋਰ ਵਿਚਾਰ ਬਣਾ ਦਿੱਤੀ। ਇਹ ਸਾਰਾ ਕੂੜ ਹੈ ਸਾਧ ਸੰਗਤ ਜੀ, ਝੂਠਾ ਪ੍ਰਚਾਰ ਹੈ। ਇਸ ਪ੍ਰਚਾਰ 'ਚ ਆਉਂਦੇ ਕਿਹੜੇ ਲੋਕ ਨੇ? ਜਿਹੜੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਭਾਈ ਗੁਰਦਾਸ ਜੀ ਦੀ ਬਾਣੀ, ਦਸਮ ਗ੍ਰੰਥ ਸਾਹਿਬ ਦੀ ਬਾਣੀ, ਭਾਈ ਨੰਦ ਲਾਲ ਦੀ ਬਾਣੀ ਨਹੀਂ ਪੜ੍ਹਦੇ, ਕਿਤਾਬਾਂ ਪੜ੍ਹੀ ਜਾਂਦੇ। ਕਿਤਾਬਾਂ ਪੜ੍ਹਨ ਵਾਲਿਆਂ ਨੂੰ ਸ਼ੰਕੇ ਪੈਣਗੇ, ਜਿਹੜਾ ਗੁਰਬਾਣੀ ਪੜ੍ਹੇਗਾ ਉਹਨੂੰ ਸ਼ੰਕਾ ਰਹੇਗਾ ਨਹੀਂ।
ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਵੀ ਇਹ ਗੱਲ ਲਿਖੀ ਹੈ। ਸ੍ਰੀ ਨਾਨਕ ਅੰਗਦ ਕਰ ਮਾਨਾ, ਅਮਰਦਾਸ ਅੰਗਦ ਪਹਿਚਾਨਾ, ਅਮਰਦਾਸ ਰਾਮਦਾਸ ਕਹਾਇਓ, ਸਾਧਨ ਲਖਾ ਮੂੜ ਨਾ ਪਾਇਓ। ਇੱਕੋ ਜੋਤ ਸੀਗੀ। ਭਾਈ ਗੁਰਦਾਸ ਜੀ ਵੀ ਕਹਿੰਦੇ ਨੇ ਕਿ ਉਹੀ ਜੋਤ, ਜਿਵੇਂ ਭਾਈ ਸਾਹਿਬ ਦਾ ਬਚਨ ਹੈ, ਦਿੱਤਾ ਛੱਡ ਕਰਤਾਰਪੁਰ, ਬੈਠ ਖੰਡੂਰੇ ਜੋਤ ਜਗਾਈ। ਗੁਰੂ ਨਾਨਕ ਹੰਦੀ ਮੋਹਰ ਹੱਥ ਗੁਰੂ ਅੰਗਦ ਦੇ ਆਈ, ਫੇਰ ਵਸਾਇਆ ਗੋਇੰਦਵਾਲ। ਉਹ ਗੱਦੀ ਉਹੀ ਜੋਤ ਉਹੀ ਚਲਦੀ ਆਈ। ਫਿਰ ਭਾਈ ਸਾਹਿਬ ਗੁਰਦਾਸ ਜੀ ਦੇਖੋ ਕੀ ਕਹਿੰਦੇ ਨੇ। ਉਹ ਕਹਿੰਦੇ ਪੰਜ ਪਿਆਲੇ ਪੰਜ ਪੀਰ, ਛਟਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ। ਇੱਕੋ ਹੀ ਰੂਪ ਜੇ ਦਸੇ ਪਾਤਸ਼ਾਹੀਆਂ। ਗੁਰੂ ਹਰਗੋਬਿੰਦ ਸਾਹਿਬ ਦੀ ਮੀਰੀ ਪੀਰੀ ਦੀ ਤੇਗ, ਸ੍ਰੀ ਅਕਾਲ ਤਖਤ ਦਾ ਜਾਹੋ ਜਲਾਲ, ਖਾਲਸੇ ਦੇ ਨਿਸ਼ਾਨ ਤੇ ਨਗਾਰੇ, ਜਿਨ੍ਹਾਂ ਲੋਕਾਂ ਨੂੰ ਨਹੀਂ ਸਿਖਾਉਂਦੇ ਉਹਨਾਂ ਨੂੰ ਤਕਲੀਫ ਹੁੰਦੀ ਹੈ। ਉਹ ਜ਼ਰੂਰ ਇਹ ਗੱਲਾਂ ਅਫਵਾਹਾਂ ਉਡਾਉਂਦੇ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਨੇ ਕੋਈ ਹੋਰ ਮਤ ਚਲਾ ਦਿੱਤਾ। ਇਸ ਗੱਲ ਦੀ ਤੇ ਜਹਾਂਗੀਰ ਨੂੰ ਸਮਝ ਆ ਗਈ ਹੈ, ਸਾਨੂੰ ਨਹੀਂ ਆ ਰਹੀ। ਉਹ ਜਹਾਂਗੀਰ ਗੁਰੂ ਸਾਹਿਬ ਦੇ ਬਚਨ ਸੁਣ ਕੇ ਕਹਿੰਦਾ ਇਹਨਾਂ ਦਾ ਬਾਹਰਲਾ ਹੀ ਰੂਪ ਬਦਲਿਆ, ਅੰਦਰੋਂ ਉਹੀ ਨੇ। ਹਾਂਜੀ, ਨਿਸ਼ਚਾ ਏਕ ਰੀਤ ਹੀ ਚਿਤ ਹੈ। ਜੋ ਗੁਰੂ ਨਾਨਕ ਦਾ ਨਿਸ਼ਚਾ ਸੀ, ਸਾਰੇ ਸੰਸਾਰ 'ਚ ਇੱਕੋ ਜੋਤ ਨੂੰ ਦੇਖਣਾ, ਸਭ ਨੂੰ ਆਪਣੇ ਭਾਈ ਬਣਾਉਣਾ, ਕਿਸੇ ਨਾਲ ਨਫ਼ਰਤ ਨਹੀਂ ਕਰਨੀ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣ ਆਈ। ਉਹ ਮਤ ਹੈ ਇਹਨਾਂ ਦਾ, ਉਹ ਸਿਧਾਂਤ ਹੈ ਇਹਨਾਂ ਦਾ। ਗੁਰੂ ਨਾਨਕ ਸਾਹਿਬ ਦੇ ਮਤ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਬਦਲਿਆ ਨਹੀਂ, ਬਲਕਿ ਹੋਰ ਸ਼ਿੰਗਾਰ ਦਿੱਤਾ ਹੈ, ਹੋਰ ਸੋਹਣਾ ਬਣਾ ਦਿੱਤਾ ਹੈ। ਉਹਨੂੰ ਐਨ ਦੁਨੀਆ ਦੇ ਵਿੱਚ ਬਈ ਜਿੱਥੇ ਭਗਤੀ ਹੈ ਉੱਥੇ ਨਾਲ ਸ਼ਕਤੀ ਵੀ ਹੈ, ਜਿੱਥੇ ਸ਼ਾਂਤੀ ਹੈ ਉੱਥੇ ਕ੍ਰਾਂਤੀ ਵੀ ਹੈ। ਸਤਿਗੁਰੂ ਸਾਹਿਬ ਜੀ ਨੇ ਇਨਸਾਨੀ ਹੱਕ ਦਿਵਾਉਣ ਵਾਸਤੇ, ਮਨੁੱਖਤਾ ਦੇ ਹੱਕਾਂ ਵਾਸਤੇ ਇਹ ਮੀਰੀ ਪੀਰੀ ਦੀਆਂ ਤੇਗਾਂ ਧਾਰਨ ਕੀਤੀਆਂ ਹਨ। ਧੰਨ ਪੀਰ ਜੀ ਬਾਕ ਬਖਾਨਾ। ਇਹ ਸੁਣ ਕੇ ਬਾਦਸ਼ਾਹ ਜਹਾਂਗੀਰ ਬੜਾ ਪ੍ਰਭਾਵਿਤ ਹੋਇਆ ਤੇ ਗੁਰੂ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿਣ ਲੱਗਾ, ਪੀਰ ਜੀ ਤੁਸੀਂ ਧੰਨ ਹੋ, ਜਿਹੜੇ ਤੁਸੀਂ ਬਚਨ ਕਹੇ ਨੇ ਬਹੁਤ ਮਹਾਨ ਉੱਚ ਪੱਧਰ ਦੇ ਨੇ। ਇਹਨਾਂ ਬਚਨਾਂ ਨੂੰ ਹਰ ਕੋਈ ਸਮਝ ਨਹੀਂ ਸਕਦਾ। ਮੁਤੱਸਬ, ਈਰਖਾ, ਰਾਗ ਦਵੈਸ਼ ਮਨੁੱਖ ਦੀ ਬੁਨਿਆਦੀ ਕਮਜ਼ੋਰੀ ਰਹੀ ਹੈ। ਆਹ ਸੰਸਾਰ ਦੇ ਜਿੰਨੇ ਜੰਗ ਯੁੱਧ ਲੜਾਈਆਂ ਝਗੜੇ ਦੰਗੇ ਫਸਾਦ ਕਤਲੋ ਗਾਰਤ ਖੂਨ ਖਰਾਬੇ ਅੱਜ ਤੱਕ ਹੋਏ ਨੇ, ਰਮਾਇਣ ਤੋਂ ਲੈ ਕੇ ਮਹਾਭਾਰਤ ਤੋਂ ਲੈ ਕੇ ਮੁਗਲਾਂ ਦੇ ਸਮੇਂ ਤੋਂ ਲੈ ਕੇ ਅੱਜ ਤੱਕ ਇਨਸਾਨ ਦਾ ਹਸਦ, ਈਰਖਾ, ਇਨਸਾਨ ਦੀ ਈਗੋ ਉਹਦੇ ਵਿੱਚ ਮੁੱਖ ਕਾਰਨ ਰਹੀ ਹੈ। ਮੁਲਕਾਂ ਦੀ ਲੜਾਈ ਹੋਵੇ, ਕਿਸੇ ਕੌਮ ਦੀ ਦੂਜੀ ਕੌਮ ਨਾਲ ਲੜਾਈ ਹੋਵੇ, ਕਿਸੇ ਜਾਤੀ ਦੀ ਕਿਸੇ ਦੂਜੀ ਜਾਤੀ ਨਾਲ ਲੜਾਈ ਹੋਵੇ, ਉਹਦੇ ਵਿੱਚ ਈਰਖਾ ਰਾਗ ਦਵੈਸ਼, ਇਹ ਕਪਟ ਛਲ ਇਹ ਚੀਜ਼ਾਂ ਕੰਮ ਕਰਦੀਆਂ ਰਹੀਆਂ। ਜਰ ਜੋਰੂ ਜ਼ਮੀਨ ਦੇ ਝਗੜੇ। ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਤੋਂ ਉੱਚੇ ਉੱਠ ਕੇ ਕਹਿ ਰਹੇ ਨੇ, ਕਹਿੰਦੇ ਸਾਰਾ ਸੰਸਾਰ ਹੀ ਇੱਕੋ ਸੂਤਰ 'ਚ ਪਰੋਇਆ ਹੋਇਆ। ਕੋਈ ਦੇਖਣ ਵਾਲਾ ਹੋਵੇ, ਸਗਲ ਸਮਗਰੀ ਤੁਮਰੇ ਸੂਤਰ ਧਾਰੀ, ਤੁਮ ਤੇ ਹੋਏ ਸੋ ਆਗਿਆਕਾਰੀ। ਬਾਦਸ਼ਾਹ ਅਸ਼ ਅਸ਼ ਕਰ ਉੱਠਿਆ, ਕਹਿਣ ਲੱਗਾ ਗੁਰੂ ਸਾਹਿਬ ਜੀ ਜੋ ਤੁਸੀਂ ਬਚਨ ਕਹੇ ਨੇ ਬੜੇ ਉੱਚ ਪੱਧਰ ਦੇ ਨੇ, ਜੇ ਇਨਸਾਨ ਸਮਝ ਜਾਵੇ ਤਾਂ ਸਾਰੇ ਝਗੜੇ ਖਤਮ ਹੋ ਜਾਂਦੇ ਨੇ। ਹਾਂਜੀ, ਸ੍ਰੀ ਨਾਨਕ ਕੇ ਹੋਤਮ ਥਾਨਾ। ਤੁਸੀਂ ਗੁਰੂ ਨਾਨਕ ਦੀ ਥਾਂ 'ਤੇ ਹੋ, ਤੁਹਾਡੀ ਵਿਚਾਰ ਬਾਬੇ ਨਾਨਕ ਵਾਲੀ ਹੈ। ਹਾਂਜੀ, ਜਿਨ ਕੋ ਸੁਜਸ ਚੰਦ ਸਮਚਾਰੂ। ਜਿਨ੍ਹਾਂ ਦਾ ਜਸ ਸਾਰੀ ਦੁਨੀਆ ਵਿੱਚ ਚੰਦਰਮਾ ਤਰ੍ਹਾਂ ਪਸਰਿਆ ਹੈ। ਹਿੰਦ ਤੁਰਕ ਸਭ ਕਰਤ ਉਚਾਰੂ। ਹਿੰਦੂ ਵੀ ਗੁਰੂ ਨਾਨਕ ਦੀ ਉਪਮਾ ਕਰਦੇ ਨੇ, ਮੁਸਲਮਾਨ ਵੀ ਗੁਰੂ ਨਾਨਕ ਦੀ ਤਾਰੀਫ ਕਰਦੇ ਨੇ। ਨਾਨਕ ਸ਼ਾਹ ਫਕੀਰ ਹਿੰਦੂ ਕਾ ਗੁਰੂ, ਮੁਸਲਮਾਨ ਕਾ ਪੀਰ, ਸਭ ਦੁਨੀਆ ਦੇ ਸਾਜੇ ਰਹਿਬਰ ਬਾਬਾ ਨਾਨਕ ਜੀ ਨੇ। ਹਾਂਜੀ, ਹਿਮ ਕਹਿ ਅਰਪਿਓ ਦਰਬ ਹਜ਼ਾਰਾ। ਇਸ ਤਰ੍ਹਾਂ ਕਹਿ ਕੇ ਬਾਦਸ਼ਾਹ ਨੇ ਕਈ ਹਜ਼ਾਰ ਰੁਪਈਆ ਆਪਣੇ ਖਜ਼ਾਨੇ 'ਚੋਂ ਮੰਗਾਇਆ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਅੱਗੇ ਰੱਖ ਕੇ ਮੱਥਾ ਟੇਕਿਆ। ਕਰੀ ਭੇਟ ਔਰ ਸ਼ਰਧਾ ਧਾਰਾ। ਥਾਲਾਂ ਦੇ ਵਿੱਚ ਰਕੇਬਾਂ ਦੇ ਵਿੱਚ ਬੜੇ ਬੜੇ ਸੋਹਣੇ ਤੋਹਫੇ, ਕੀਮਤੀ ਵਸਤੂਆਂ, ਕਈ ਹਜ਼ਾਰ ਅਸ਼ਰਫੀਆਂ ਸੋਨੇ ਦੀਆਂ ਮਹਾਰਾਜ ਸਾਹਿਬ ਛੇਵੇਂ ਪਾਤਸ਼ਾਹ ਦੇ ਚਰਨਾਂ 'ਚ ਨਜ਼ਰ ਕੀਤੀਆਂ। ਹਾਂਜੀ, ਸੋ ਜੇਠੇ ਨੇ ਲੀਨ ਉਠਾਏ। ਜਿਹੜੀ ਭੇਟਾ ਬਾਦਸ਼ਾਹ ਨੇ ਗੁਰੂ ਸਾਹਿਬ ਦੇ ਅੱਗੇ ਰੱਖੀ,
ਭਾਈ ਸਾਹਿਬ ਭਾਈ ਜੇਠਾ ਜੀ ਨੇ ਸਾਂਭ ਲਈ। ਹਾਂਜੀ, ਰੰਗ ਸ਼ਾਹੋ ਸੰਗ ਤੇ ਹਰ ਖਾਏ। ਬਾਦਸ਼ਾਹ ਨਾਲ ਅੱਜ ਪਹਿਲੀ ਮੁਲਾਕਾਤ ਸੀ ਗੁਰੂ ਹਰਗੋਬਿੰਦ ਸਾਹਿਬ ਦੀ ਦਿੱਲੀ ਵਿਖੇ। ਬਾਦਸ਼ਾਹ ਵੀ ਬੜਾ ਪ੍ਰਭਾਵਿਤ ਹੋਇਆ ਤੇ ਗੁਰੂ ਕੇ ਸਿੱਖ ਵੀ ਬੜੇ ਖੁਸ਼ ਹੋਏ। ਸਤਿਗੁਰੂ ਜੀ ਵਾਪਸ ਆਪਣੇ ਨਿਜ ਸਥਾਨ ਮਜਨੂ ਦੇ ਟਿੱਲੇ ਤੇ ਆ ਗਏ। ਰੋਜ਼ ਬਾਦਸ਼ਾਹ ਨੇ ਆਉਣ ਵਾਸਤੇ ਬੇਨਤੀ ਕੀਤੀ। ਕਦੀ ਗੁਰੂ ਸਾਹਿਬ ਬਾਦਸ਼ਾਹ ਕੋਲ ਚਲੇ ਜਾਂਦੇ, ਕਦੀ ਬਾਦਸ਼ਾਹ ਖੁਦ ਮਜਨੂ ਦੇ ਟਿੱਲੇ ਆ ਕੇ ਗੁਰੂ ਸਾਹਿਬ ਦੀ ਸੰਗਤ ਕਰਦਾ, ਕਦੀ ਗੁਰੂ ਸਾਹਿਬ ਨੂੰ ਨਾਲ ਲੈ ਕੇ ਸ਼ਿਕਾਰ ਖੇਡਣ ਲਈ ਜਾਂਦਾ। ਉਸ ਤੋਂ ਅਗਲੀ ਕਥਾ ਸਾਧ ਸੰਗਤ ਜੀ, ਕਿਸ ਤਰ੍ਹਾਂ ਮਹਾਰਾਜ ਛੇਵੇਂ ਪਾਤਸ਼ਾਹ ਸ਼ਿਕਾਰ ਗਏ, ਸ਼ੇਰ ਦਾ ਸ਼ਿਕਾਰ ਕੀਤਾ, ਸ਼ੇਰ ਮਾਰਿਆ ਛੇਵੇਂ ਪਾਤਸ਼ਾਹ ਨੇ। ਉਹ ਕਥਾ ਆਪਾਂ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਗੁਰੂ ਸਾਹਿਬ ਕਿਰਪਾ ਕਰਨ ਕੱਲ੍ਹ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਕੇ ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਮਨਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ, ਹੇ ਗੋਪਾਲ।